ਆਰਥਿਕ ਕਾਰਨ ਤੋਂ ਅੱਗੇ ਹੈਗਾ ਸਾਮਤਾਂ ਦੇ ਵਿਦਰੋਹ। ਗੁਪਤ ਕਾਲ ਵਿੱਚ ਸਾਮਤਵਾਦੀ ਪ੍ਰਥਾ ਪ੍ਰਚਲਿਤ ਸੀ। ਪ੍ਰਯਾਗ ਪ੍ਰਸ਼ਸਤ ਤੋਂ ਪਤਾ ਲੱਗਦਾ ਹੈ ਕਿ ਸਮੁੰਦਰ ਗੁਪਤ ਦੇ ਸਮੇਂ ਤੋਂ ਹੀ ਸਾਮਤ ਲੋਕ ਵਰਤਮਾਨ ਵਿੱਚ ਸਨ, ਜੋ ਸਮਰਾਟ ਨੂੰ ਸਾਰੇ ਤਰ੍ਹਾਂ ਦੇ ਟੈਕਸ ਦਿੰਦੇ ਸੀ ਜਾਂ ਕਰ ਦਿੰਦੇ ਸੀ। ਸਮਰਾਟ ਦੀ ਆਗਿਆ ਦਾ ਪਾਲਣ ਕਰਦੇ ਸੀ। ਇਹ ਸਾਮਤ ਆਪਣੇ ਆਪਣੇ ਖੇਤਰਾਂ ਵਿੱਚ, ਜਦੋਂ ਸਾਮਤਵਾਦ ਦਾ ਮਤਲਬ ਹੁੰਦਾ ਜਿਨ੍ਹਾਂ ਨੂੰ ਭੂਮੀਆਂ ਦਿੱਤੀਆਂ ਹੁੰਦੀਆਂ ਸੀ ਰਾਜੇ ਨੇ, ਉਹ ਪਹਿਲੋਂ ਟੈਕਸ ਦਿੰਦੇ ਸੀ। ਬਟ ਸਮੁੰਦਰ ਗੁਪਤ ਦੇ ਜਦੋਂ ਉਹ ਮਰ ਗਿਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਕਰ ਦੇਣਾ ਬੰਦ ਕਰ ਦਿੱਤਾ ਤੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੱਤਾ। ਇਹ ਵੀ ਇੱਕ ਕਾਰਨ ਸੀ ਗੁਪਤ ਸਾਮਰਾਜ ਦੇ ਖਾਤਮੇ ਦਾ। ਪ੍ਰਾਂਤਪਤੀਆਂ ਦੇ ਵਿਸ਼ੇਸ਼ ਅਧਿਕਾਰ, ਜਿਹੜੇ ਸਮੁੰਦਰ ਗੁਪਤ ਨੇ ਆਪਣਾ ਜਿਹੜੇ ਸਟੇਟ, ਜਿਹੜਾ ਆਪਣਾ ਰਾਜ ਸੀ ਉਹਨੂੰ ਪ੍ਰਾਂਤਾਂ ਵਿੱਚ ਵੰਡਿਆ ਸੀ ਤੇ ਉੱਥੇ ਰਾਜਕੁਮਾਰ ਜਿਹੜੇ ਸੀ ਉਹਨਾਂ ਨੂੰ ਗਵਰਨਰ ਨਿਯੁਕਤ ਕੀਤਾ ਸੀ। ਉਹਨਾਂ ਨੇ ਵੀ ਉਹਦੇ ਮਰਨ ਤੋਂ ਬਾਅਦ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੱਤਾ। ਸੈਨਿਕ ਕਾਰਨ, ਸਮੁੰਦਰ ਗੁਪਤ ਸਾਮਰਾਜ ਦੇ ਖਾਤਮੇ ਦਾ ਮੁੱਖ ਕਾਰਨ ਸੈਨਿਕ ਸੰਗਠਨ ਵੀ ਸੀ। ਮੌਰਿਆ ਦੀ ਤਰ੍ਹਾਂ ਗੁਪਤ ਦੇ ਕੋਲ ਇੱਕ ਵਿਸ਼ਾਲ ਸੰਗਠਿਤ ਆਪਣੀ ਸੈਨਾ ਨਹੀਂ ਸੀ। ਲੇਖਾਂ ਵਿੱਚ ਸੈਨਿਕ ਬਲ ਤੇ ਸੈਨਿਕ ਸੰਗਠਨ ਦਾ ਕਿਤੇ ਵੀ ਵਰਣਨ ਨਹੀਂ ਮਿਲਦਾ। ਧਾਰਮਿਕ ਕਾਰਨ, ਗੁਪਤ ਸਾਮਰਾਜ ਦੇ ਖਾਤਮੇ ਲਈ ਧਾਰਨ ਕਾਰਨ ਵੀ ਪ੍ਰਮੁੱਖ ਸੀ। ਆਰੰਭਿਕ ਗੁਪਤ ਸਮਰਾਟ ਵੈਸ਼ਨੋ ਧਰਮ ਨੂੰ ਮੰਨਣ ਵਾਲਾ ਸੀ, ਪਰ ਬਾਅਦ ਦੇ ਸਮਰਾਟਾਂ ਨੇ ਬੁੱਧ ਧਰਮ ਨੂੰ ਸਵੀਕਾਰ ਕੀਤਾ, ਜੋ ਸਾਮਰਾਜ ਲਈ ਹਿਤਕਾਰੀ ਨਹੀਂ ਸੀ। ਬਸ ਦੋ ਲਾਈਨਾਂ ਆਪਾਂ ਕਰਾਂਗੇ। ਸਾਮਰਾਜ ਦੀ ਵਿਸ਼ਾਲਤਾ, ਇੱਕ ਗੁਪਤ ਸਾਮਰਾਜ ਜਿਹੜਾ ਬਹੁਤ ਵੱਡਾ ਸੀ, ਉਹਨੂੰ ਸੰਭਾਲਣਾ, ਉਹਦੇ ਜਿਹੜੇ ਉੱਤਰਾਧਿਕਾਰੀ ਇੰਨੇ ਕਮਜ਼ੋਰ ਸੀ ਕਿ ਉਹ ਇੰਨੇ ਵੱਡੇ ਵਿਸ਼ਾਲ ਸਾਮਰਾਜ ਨੂੰ ਸੰਭਾਲ ਨਹੀਂ ਸਕੇ। ਨੈਕਸਟ ਇਕਾਈ ਹੈਗੀ ਆ 9 ਗੁਪਤਕਾਲੀਨ ਭਾਰਤ। ਇਹਦੇ ਵਿੱਚ ਇੰਪੋਰਟੈਂਟ ਕੁਐਸਚਨ ਹੈਗਾ ਵਾ ਕਿ ਜਿਹੜੇ ਗੁਪਤਕਾਲੀਨ ਸੀਗੇ, ਗੁਪਤ ਸਾਮਰਾਜ ਸੀਗਾ, ਉਹਨਾਂ ਦੇ ਸਮੇਂ ਵਿੱਚ ਜਿਹੜੀ ਸਮਾਜਿਕ ਦਸ਼ਾ ਔਰ ਧਾਰਮਿਕ ਦਸ਼ਾ, ਆਰਥਿਕ ਦਸ਼ਾ ਔਰ ਜਿਹੜੀ ਹੈਗੀ ਸੀ ਰਾਜਨੀਤਿਕ ਦਸ਼ਾ ਕਿਵੇਂ ਦੀ ਸੀ, ਇਹਦੇ ਆਪਾਂ ਪੁਆਇੰਟ ਹੀ ਕਰਾਂਗੇ। ਪੇਜ ਨੰਬਰ 191 ਤੇ ਵੈਰੀ ਇੰਪੋਰਟੈਂਟ ਕੁਐਸਚਨ ਹੈ। ਉਹਨਾਂ ਦਾ ਸਥਾਨਕ ਪ੍ਰਸ਼ਾਸਨ ਦੇ ਵਿੱਚ ਉਹਨਾਂ ਨੇ ਪੁੱਛਣਾ ਸਮਾਜਿਕ ਦਸ਼ਾ, ਆਰਥਿਕ ਦਸ਼ਾ, ਧਾਰਮਿਕ ਦਸ਼ਾ ਔਰ ਸਮਾਜਿਕ ਦਸ਼ਾ। ਸਮਾਜਿਕ ਦਸ਼ਾ ਵਿੱਚ ਸਭ ਤੋਂ ਪਹਿਲੇ ਹੁੰਦਾ ਵਰਨ ਵਿਵਸਥਾ। ਇਹ ਪਹਿਲੇ ਆਪਾਂ ਕਰ ਚੁੱਕੇ ਹਾਂ, ਸੇਮ ਉਹੀ ਆਪਾਂ ਇਹਦੇ ਵਿੱਚ ਲਿਖ ਦੇਣਾ ਕਿ ਉਸ ਸਮੇਂ ਜਿਹੜੀਆਂ ਜਾਤਾਂ ਸੀਗੀਆਂ ਉਹਨਾਂ ਨੂੰ 4 ਵਰਨਾਂ ਵਿੱਚ ਵੰਡਿਆ ਸੀ। ਉਹਦੇ ਵਿੱਚ ਬ੍ਰਾਹਮਣ ਸੀਗੇ, ਖੱਤਰੀ, ਵੈਸ਼ ਤੇ ਸ਼ੂਦਰ। ਸਮਾਜ ਦਾ ਬ੍ਰਾਹਮਣ ਦਾ ਸਰਵਉੱਚ ਸਥਾਨ ਸੀ, ਜਾਣੀ ਕਿ ਸਮਾਜ ਦੇ ਵਿੱਚ ਜਿਹੜੇ ਬ੍ਰਾਹਮਣ ਸੀ ਸਭ ਤੋਂ ਉੱਚੇ ਮੰਨੇ ਜਾਂਦੇ ਸੀ। ਸਿੱਖਿਅਕ, ਰਾਜਨੀਤਿਕ, ਸਮਾਜਿਕ, ਆਰਥਿਕ ਤੇ ਵਿਸ਼ੇਸ਼ ਅਧਿਕਾਰ ਉਹਨਾਂ ਨੂੰ ਪ੍ਰਾਪਤ ਸੀ, ਜਾਣੀ ਕਿ ਕਿਸੇ ਵੀ ਬ੍ਰਾਹਮਣ ਨੂੰ ਕਿਸੇ ਵੀ ਕੰਮ ਵਾਸਤੇ ਸਜ਼ਾ ਨਹੀਂ ਸੀ ਦਿੱਤੀ ਜਾਂਦੀ। ਉਹਨਾਂ ਨੂੰ ਇੱਕ ਵਿਸ਼ੇਸ਼ ਅਧਿਕਾਰ ਸੀਗੇ ਉਹਨਾਂ ਦੇ ਕੋਲ। ਉਹਨਾਂ ਦਾ ਕੰਮ ਸੀ ਵੇਦ ਪੜ੍ਹਨਾ, ਵੇਦ ਪੜ੍ਹਾਉਣਾ, ਯੱਗ ਕਰਨਾ, ਯੱਗ ਕਰਵਾਉਣਾ, ਦਾਨ ਦੇਣਾ ਤੇ ਦਾਨ ਲੈਣਾ। ਉਸ ਤੋਂ ਅੱਗੇ ਆ ਗਿਆ ਵਿਆਹ ਪ੍ਰਥਾ। ਤਤਕਾਲੀਨ ਲੇਖਾਂ ਤੇ ਸਾਹਿਤ ਤੋਂ ਉਸ ਸਮੇਂ ਦੇ ਵਿਆਹ ਪ੍ਰਥਾ ਦਾ ਵੀ ਪਤਾ ਲੱਗਦਾ ਹੈ। ਰਾਜਵੰਸ਼ਾਂ ਦੇ ਵਿੱਚ ਅੰਤਰਜਾਤੀ ਵਿਆਹ ਹੁੰਦੇ ਸਨ। ਖੱਤਰੀ ਗੁਪਤਾਂ ਦਾ ਵਿਆਹ ਸੰਬੰਧ ਬ੍ਰਾਹਮਣ, ਵਾਕਾਟਕ ਅਤੇ ਨਾਗਰਾਜਿਆਂ ਨਾਲ ਹੁੰਦੇ ਸੀ। ਵਿਧਵਾ ਵਿਆਹ ਤੇ ਸਤੀ ਪ੍ਰਥਾ ਦਾ ਰਿਵਾਜ ਵੀ ਹੈਗਾ ਸੀ। ਥੈਂਕ ਯੂ। ਖੱਤਰੀ ਗੁਪਤਾਂ ਦਾ ਵਿਆਹ ਸੰਬੰਧ ਬ੍ਰਾਹਮਣ, ਵਾਕਾਟਕ ਅਤੇ ਨਾਗਰਾਜਿਆਂ ਨਾਲ ਸੀ। ਵਿਧਵਾ ਵਿਆਹ ਤੇ ਸਤੀ ਪ੍ਰਥਾ ਦਾ ਵੀ ਰਿਵਾਜ ਸੀ। ਬਹੁ ਵਿਆਹ ਦੀ ਪ੍ਰਥਾ ਵੀ ਸੀ। ਅਣਮੇਲ ਵਿਆਹ ਵੀ ਹੁੰਦੇ ਸਨ, ਜਾਣੀ ਕਿ ਅਣਮੇਲ ਹੁੰਦੇ ਜਿਸ ਤਰ੍ਹਾਂ ਬਹੁਤੀ ਉਮਰ ਦੇ ਆਦਮੀਆਂ ਦਾ ਵਿਆਹ ਛੋਟੀ ਉਮਰ ਦੀਆਂ ਲੜਕੀਆਂ ਨਾਲ ਹੋ ਜੇ, ਜਿਸ ਦਾ ਉਦਾਹਰਨ ਕੁਮਾਰ ਗੁਪਤ ਹੈ। ਉੱਚੀ ਜਾਤੀ ਦਾ ਪੁਰਸ਼ ਵੀ ਨੀਵੀਂ ਜਾਤੀ ਦੀ ਇਸਤਰੀ ਨਾਲ ਵਿਆਹ ਕਰਵਾ ਸਕਦਾ ਸੀ। ਅਜਿਹੇ ਵਿਆਹਾਂ ਨੂੰ ਅਨੁਲੋਮ ਕਿਹਾ ਜਾਂਦਾ ਸੀ। ਨੈਕਸਟ ਆ ਜਾਓ ਦਾਸ ਪ੍ਰਥਾ। ਦਾਸ ਪ੍ਰਥਾ ਦਾ ਵੀ ਰਿਵਾਜ ਹੈਗਾ ਸੀ ਗੁਪਤ ਸਾਮਰਾਜ ਦੇ ਸਮੇਂ। ਸੰਸਾਰ ਦੇ ਹੋਰ ਦੇਸ਼ਾਂ ਵਾਂਗ ਭਾਰਤ ਵਿੱਚ ਘਰੇਲੂ ਢੰਗ ਦੀ ਦਾਸ ਪ੍ਰਥਾ ਬਹੁਤ ਪੁਰਾਣੇ ਸਮੇਂ ਤੋਂ ਚੱਲ ਰਹੀ ਸੀ। ਜਿਹੜੇ ਲੋਕ ਸੀਗੇ ਦਾਸ ਸੀਗੇ, ਗਰੀਬ ਲੋਕ ਸੀ, ਉਹਨਾਂ ਨੂੰ ਵੇਚਿਆ ਤੇ ਖਰੀਦਿਆ ਜਾਂਦਾ ਸੀ। ਰਹਿਣ ਸਹਿਣ ਲੋਕਾਂ ਦਾ ਜਿਹੜਾ ਜ਼ਿਆਦਾਤਰ ਜਨਤਾ ਦਾ ਰਹਿਣ ਸਹਿਣ ਜਿਹੜਾ ਸੀ ਉਹ ਸਧਾਰਨ ਸੀ। ਜਨਤਾ ਦੇ ਜਿਹੜੇ ਆਮ ਲੋਕ ਸੀ ਉਹ ਕਿਸੇ ਵੀ ਤਰ੍ਹਾਂ ਦੇ ਜਿਹੜੀ ਸ਼ਰਾਬ ਜਾਂ ਕਿਸੇ ਵੀ ਤਰ੍ਹਾਂ ਦੇ ਉਹਨਾਂ ਦੇ ਵਿੱਚ ਬੁਰਾਈਆਂ ਨਹੀਂ ਸੀ। ਬਟ ਜਿਹੜੇ ਵੀ ਲੋਕ ਸ਼ਰਾਬ ਪੀਂਦੇ ਸੀ ਉਹਨਾਂ ਨੂੰ, ਜਾਂ ਮਾਸਾਹਾਰੀ ਸੀ, ਉਹਨਾਂ ਨੂੰ ਸ਼ਹਿਰਾਂ ਤੋਂ ਬਾਹਰ ਰੱਖਿਆ ਜਾਂਦਾ ਸੀ ਤੇ ਉਹਨਾਂ ਨੂੰ ਚੰਡਾਲ ਕਿਹਾ ਜਾਂਦਾ ਸੀ। ਮਨੋਰੰਜਨ ਦੇ ਵਾਸਤੇ ਭੇਡਾਂ, ਬੱਕਰੀਆਂ ਦੀ ਲੜਾਈ ਵੇਖਣ ਜਨਤਾ ਨੂੰ ਬਹੁਤ ਜ਼ਿਆਦਾ ਚਾਅ ਹੁੰਦਾ ਸੀ। ਇਸਤਰੀਆਂ ਤੇ ਪੁਰਸ਼ ਦੋਵੇਂ ਹੀ ਚੌਪੜ ਤੇ ਸ਼ਤਰੰਜ ਖੇਡਦੇ ਸੀ। ਲੁਕਣ ਮੀਟੀ ਖੇਡਣ ਦਾ ਰਿਵਾਜ ਸੀ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਖੇਡਾਂ ਸੀ ਜਿਹੜੀਆਂ ਉਹ ਖੇਡਦੇ ਸੀਗੇ। ਖੇਡ ਤਮਾਸ਼ੇ ਮਨੋਰੰਜਨ ਦੇ ਸਾਧਨ, ਨਾਟਕ ਕਰਨਾ, ਇਹ ਸਾਰੇ ਉਹਨਾਂ ਦੇ ਮਨੋਰੰਜਨ ਦੇ ਸਾਧਨ ਸੀਗੇ। ਨੈਕਸਟ ਆ ਗਿਆ ਇਸਤਰੀਆਂ ਦੀ ਸਥਿਤੀ। ਇਹ ਜਿਹੜਾ ਗੁਪਤ ਸਮਰਾਜ, ਇਹਦੇ ਵਿੱਚ ਇਸਤਰੀਆਂ ਦੀ ਕੋਈ ਸਥਿਤੀ ਜ਼ਿਆਦਾ
ਮਾੜੀ ਨਹੀਂ ਸੀ। ਬਾਲ ਵਿਆਹ ਦਾ ਰਿਵਾਜ ਸੀ। ਕੁਝ ਸਮ੍ਰਿਤੀ ਗ੍ਰੰਥਾਂ 'ਚ ਪਿਤਾਵਾਂ ਲਈ ਵੀ ਇਹ ਜ਼ਰੂਰੀ ਠਹਿਰਾਇਆ ਗਿਆ ਕਿ ਉਹ ਆਪਣੀਆਂ ਕਨਿਆਵਾਂ ਦਾ ਵਿਆਹ ਉਹਨਾਂ ਦੇ ਰਾਜ ਸਵਲਾ ਹੋਣ ਤੋਂ ਪਹਿਲਾਂ ਹੀ ਕਰ ਦੇਣ, ਜੋ ਅਜਿਹਾ ਨਹੀਂ ਕਰਦੇ ਸੀ। ਨੈਕਸਟ ਆ ਜਾਓ ਤੁਸੀਂ, ਵੇਸ਼ਵਾਵਿਰਤੀ, ਜਨ ਜੀਵਨ। ਇਹ 2 ਪੁਆਇੰਟ ਅਸੀਂ ਖੁਦ ਕਰਾਂਗੇ। ਧਾਰਮਿਕ ਸਥਿਤੀ ਇਹਦੇ ਵਿੱਚ ਪੁਆਇੰਟ ਹੀ ਮੈਂ ਰੀਡ ਕਰੂੰਗੀ। ਵੈਦਿਕ ਧਰਮ ਨੂੰ ਮੰਨਦੇ ਸੀ, ਜਾਣੀ ਕਿ ਵੇਦਾਂ ਦਾ ਗਿਆਨ ਦਿੱਤਾ ਜਾਂਦਾ ਸੀ ਉਸ ਸਮੇਂ ਤੇ। ਵੈਸ਼ਨੋ, ਕੁਝ ਲੋਕ ਜਿਹੜੇ ਸੀਗੇ ਗੁਪਤ ਸਾਮਰਾਜ ਦੇ ਸਮੇਂ ਲੋਕ ਜਿਹੜੇ ਸੀ ਵੈਸ਼ਨੋ ਧਰਮ ਨੂੰ ਮੰਨਦੇ ਸੀਗੇ। ਸ਼ੈਵ ਹੁੰਦਾ ਸ਼ਿਵ ਜੀ ਦੀ ਪੂਜਾ ਕਰਨਾ। ਗੁਪਤ ਕਾਲ ਵਿੱਚ ਸ਼ੈਵ ਧਰਮ ਦਾ ਕਾਫੀ ਪ੍ਰਚਾਰ ਸੀ। ਗੁਪਤ ਸਮਰਾਟਾਂ ਦੇ ਮੰਤਰੀ, ਸੈਨਾ ਨਾਇਕ ਅਤੇ ਉੱਚ ਅਧਿਕਾਰੀ ਸ਼ੈਵ ਸਨ। ਚੰਦਰਗੁਪਤ ਦੂਸਰੇ ਦੇ ਮੰਤਰੀ ਵੀਰਸੈਨ ਨੇ ਉਦਰਗਿਰੀ ਵਿੱਚ ਸ਼ਿਵ ਮੰਦਿਰ ਦਾ ਨਿਰਮਾਣ ਕੀਤਾ। ਕੁਮਾਰਾ ਗੁਪਤ ਪਹਿਲੇ ਨੇ ਸਮੇਂ ਵਿੱਚ ਧਰੂਮ ਸ਼ਰਮਾ ਸ਼ੈਵ ਜੀ, ਜਿਸ ਨੇ ਕਾਰਤਿਕੇ ਮੰਦਿਰ ਨੂੰ ਦਾਨ ਦਿੱਤਾ ਸੀ। ਕਾਰਤਿਕੇ ਸ਼ਿਵਜੀ ਮਹਾਰਾਜ ਦਾ ਜਿਹੜਾ ਬੇਟਾ ਇੱਕ ਕਾਰਤਿਕੇ, ਉਹਦਾ ਮੰਦਿਰ ਸੀ। ਨੈਕਸਟ ਆ ਜਾਓ ਜੈਨ ਧਰਮ। ਉਸ ਤੋਂ ਬਾਅਦ ਕੁਝ ਜਿਹੜੀ ਇਤਿਹਾਸ ਤੋਂ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਉੱਥੋਂ ਦੇ ਲੋਕ ਜਿਹੜੇ ਸੀ ਬੁੱਧ ਧਰਮ ਤੇ ਜੈਨ ਧਰਮ ਨੂੰ ਵੀ ਮੰਨਦੇ ਸੀ। ਧਾਰਮਿਕ ਸਹਿਣਸ਼ੀਲਤਾ ਦੀ ਭਾਵਨਾ ਹਮੇਸ਼ਾ ਹੀ ਭਾਰਤੀ ਜੀਵਨ ਦੀ ਵਿਸ਼ੇਸ਼ਤਾ ਰਹੀ ਹੈ। ਇਸ ਯੁੱਗ ਵਿੱਚ ਵੀ ਸਾਨੂੰ ਇਹ ਗੱਲ ਸਪਸ਼ਟ ਰੂਪ ਵਿੱਚ ਦੇਖਣ ਨੂੰ ਮਿਲਦੀ ਹੈ। ਵੈਸ਼ਨੋ, ਸ਼ੈਵ, ਬੁੱਧ ਤੇ ਜੈਨ ਧਰਮ ਇਸ ਸਮੇਂ ਵਿੱਚ ਨਾਲ ਵਧੇ ਫੁੱਲੇ, ਜਾਣੀ ਕਿ ਚਾਰੇ ਧਰਮ ਹੀ ਉਦੋਂ ਪ੍ਰਫੁੱਲਤ ਹੋਏ। ਪਿੱਛੇ ਆਪਾਂ ਜਿੰਨਾ ਵੀ ਇਤਿਹਾਸ ਵਿੱਚ ਪੜ੍ਹਿਆ ਉਹਦੇ ਵਿੱਚ ਕਿਤੇ ਅਸੀਂ ਪੜ੍ਹਿਆ ਵਾ ਕਿ ਬੁੱਧ ਧਰਮ ਦਾ ਬੋਲਬਾਲਾ ਸੀ, ਕਿਤੇ ਅਸੀਂ ਪੜ੍ਹਿਆ ਕਿ ਵੈਸ਼ਨੋ ਧਰਮ ਦਾ ਬੋਲਬਾਲਾ ਸੀ। ਬਟ ਇਹ ਇੱਕ ਸਾਮਰਾਜ ਸੀ ਜਿਹਦੇ ਵਿੱਚ ਸਾਰੇ ਧਰਮਾਂ ਨੇ ਤਰੱਕੀ ਕੀਤੀ, ਵਧੇ ਫੁੱਲੇ ਸੀਗੇ। ਕੁਝ ਲੋਕ ਜਿਹੜੇ ਸੀ ਉਹ ਵੈਸ਼ਨੋ ਸੀ, ਸ਼ਿਵ ਸੂਰਜ ਤੇ ਦੀ ਪੂਜਾ ਕਰਦੇ ਸੀ। ਕੁਝ ਲੋਕ ਬੁੱਧ ਧਰਮ ਨੂੰ ਮੰਨਦੇ ਸੀ ਤੇ ਕੁਝ ਜੈਨ ਧਰਮ ਨੂੰ। ਆਰਥਿਕ ਸਥਿਤੀ, ਖੇਤੀ, ਉਸ ਤੋਂ ਅੱਗੇ ਆ ਗਿਆ ਉਦਯੋਗਿਕ ਧੰਦੇ, ਨਗਰ ਵਪਾਰ, ਇਹ ਸਾਰਾ ਕੁਝ ਉਹਨਾਂ ਦੀ ਆਰਥਿਕ ਸਥਿਤੀ ਵਿੱਚ ਆਉਂਦਾ। ਪੇਜ ਨੰਬਰ 201 ਤੇ ਹੈਗਾ ਵਿਗਿਆਨ ਦੀ। ਇਸ ਸਾਮਰਾਜ ਵਿੱਚ ਵਿਗਿਆਨ ਵੀ ਦਾ ਵੀ ਬੋਲਬਾਲਾ ਸੀ। ਉਸ ਸਮੇਂ ਦੇ ਵਿਗਿਆਨ ਵੀ ਹੋਂਦ ਵਿੱਚ ਆ ਗਿਆ ਸੀ। ਨਹੀਂ ਤੇ ਉਸ ਤੋਂ ਪਹਿਲੇ ਦਾ ਜਿੰਨਾ ਸਮਾਂ ਸਾਰੇ ਲੋਕ ਕੁਦਰਤੀ ਸ਼ਕਤੀਆਂ ਵਿੱਚ ਹੀ ਸਿਰਫ ਵਿਸ਼ਵਾਸ ਕਰਦੇ ਸੀ। ਗੁਪਤਕਾਲੀਨ ਭਾਰਤ ਵਿੱਚ ਵਿਗਿਆਨ ਦੀ ਵਿਸ਼ੇਸ਼ ਪ੍ਰਗਤੀ ਹੋਈ। ਖਗੋਲ ਵਿੱਦਿਆ, ਹਿਸਾਬ ਅਤੇ ਸਿਹਤ ਦੇ ਸੰਬੰਧ ਵਿੱਚ ਨਵੇਂ ਅਨਵੇਸ਼ਣ ਹੋਏ, ਜਾਣੀ ਕਿ ਅਵਿਸ਼ਕਾਰ ਹੋਏ। ਇਹਨਾਂ ਵਿੱਚ ਵਰਾਹਮਿਹਿਰ, ਆਰਿਆ ਭੱਟ, ਨਗ ਅਰਜੁਨ, ਵਾਨ ਭੱਟ ਪਹਿਲੇ ਨਾਮ ਵਰਣਨਯੋਗ ਹਨ। ਇਹ ਸਾਰੇ ਉਸ ਸਮੇਂ ਦੇ ਵਿਗਿਆਨੀ ਸੀਗੇ। ਨੈਕਸਟ ਪੁਆਇੰਟ ਹੀ ਸਿਰਫ ਨੋਟ ਕਰਾਂਗੇ 203 ਪੇਜ ਤੇ, ਮੂਰਤੀ ਕਲਾ। ਉਸ ਸਮੇਂ ਤੇ ਬ੍ਰਹਮਾ, ਵਿਸ਼ਨੂੰ, ਸ਼ਿਵ ਅਤੇ ਹੋਰ ਪਾਰਵਤੀ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਸੀ। ਯੱਗ ਕੀਤੇ ਜਾਂਦੇ ਸੀ। ਨੈਕਸਟ ਧਾਤੂ ਕਲਾ, ਬਹੁਤ ਸਾਰੀਆਂ ਧਾਤਾਂ ਦੇ ਬਰਤਨ ਬਣਾਏ ਜਾਂਦੇ ਸੀ ਤੇ ਮੂਰਤੀਆਂ ਬਣਾਈਆਂ ਜਾਂਦੀਆਂ ਸੀ। ਨਰਤਕੀਆਂ ਦੀਆਂ ਮੂਰਤੀਆਂ ਵੀ ਬਣਾਈਆਂ ਜਾਂਦੀਆਂ ਸੀ। ਸਵਰਨ ਯੁੱਗ, ਇੱਕ ਕੁਐਸਚਨ ਆਉਂਦਾ ਹੁੰਦਾ ਵਾ ਕਿ ਗੁਪਤ ਸਾਮਰਾਜ ਨੂੰ ਸਵਰਨ ਯੁੱਗ ਕਿਉਂ ਕਿਹਾ ਜਾਂਦਾ ਵਾ। ਜਿਹੜਾ ਕਾਲ ਨੂੰ ਸਵਰਨ ਯੁੱਗ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਉਸ ਸਮੇਂ ਤੇ ਆਰਥਿਕ ਦਸ਼ਾ ਵੀ ਵਧੀਆ ਸੀ ਉਸ ਸਮੇਂ ਦੀ, ਸਮਾਜਿਕ ਦਸ਼ਾ ਵੀ ਵਧੀਆ ਸੀ, ਧਾਰਮਿਕ ਦਸ਼ਾ ਵੀ ਵਧੀਆ ਸੀ। ਧਰਮ ਦੇ ਵਿੱਚ ਵੀ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਜਾਂਦਾ। ਔਰ ਉਸ ਸਮੇਂ ਵਿਗਿਆਨ ਜਿਹੜਾ ਪਹਿਲੀ ਵਾਰੀ ਹੋਂਦ ਚ ਆਇਆ ਸੀ, ਇਸ ਕਰਕੇ ਇਹਨੂੰ ਸਵਰਨ ਯੁੱਗ ਕਿਹਾ ਜਾਂਦਾ। ਥੋੜਾ ਜਿਹਾ ਰੀਡ ਵੀ ਕਰ ਲਾਂਗੀ ਮੈਂ। 204 ਸਵਰਨ ਯੁੱਗ। ਭਾਰਤੀ ਇਤਿਹਾਸ ਵਿੱਚ ਗੁਪਤਕਾਲੀਨ ਨੂੰ ਸਵਰਨ ਯੁੱਗ ਦੀ ਸੰਗਿਆ ਦਿੱਤੀ ਜਾਂਦੀ ਹੈ। ਇਤਿਹਾਸ ਵਿੱਚ ਸਵਰਨ ਯੁੱਗ ਉਸ ਕਾਲ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਰਾਜ ਤੇ ਪ੍ਰਜਾ ਦਾ ਚਹੁੰਪੱਖੀ ਵਿਕਾਸ ਹੁੰਦਾ ਹੈ। ਬਿਨਾਂ ਸ਼ੱਕ ਗੁਪਤ ਕਾਲ ਵਿੱਚ ਭਾਰਤ ਦੀ ਬਹੁਮੁਖੀ ਪ੍ਰਗਤੀ ਹੋਈ। ਹੋਰ ਰਾਸ਼ਟਰਾਂ ਦੇ ਸਨਮੁਖ ਸਾਡੇ ਦੇਸ਼ ਦਾ ਦਿਮਾਗ ਉੱਨਤ ਹੋਇਆ। ਇਸ ਕਾਲ ਵਿੱਚ ਸਮਾਜਿਕ, ਰਾਜਨੀਤਿਕ, ਆਰਥਿਕ, ਧਾਰਮਿਕ ਅਤੇ ਸੰਸਕ੍ਰਿਤਿਕ ਵਿਕਾਸ ਹੋਇਆ। ਉਹਨਾਂ ਦੇ ਕਹਿਣ ਦਾ ਭਾਵ ਕਿ ਸਾਰੇ ਪਾਸੇ ਦੇਸ਼ ਦਾ ਵਿਕਾਸ ਹੋਇਆ ਸੀ, ਕਿਸੇ ਵੀ ਪਾਸੇ ਦੇਸ਼ ਜਿਹੜਾ ਸੀ ਉਹ ਖਾਲੀ ਨਹੀਂ ਰਿਹਾ। ਪ੍ਰਜਾ ਦੀ ਅਧਿਆਤਮਿਕ, ਮਾਨਸਿਕ ਅਤੇ ਭੌਤਿਕ ਪ੍ਰਗਤੀ ਹੋਈ, ਜਾਣੀ ਕਿ ਜਿੱਥੇ ਪ੍ਰਜਾ ਜਿਹੜੀ ਸੀ ਧਰਮ ਨੂੰ ਮੰਨਦੀ ਸੀ, ਉੱਥੇ ਉਹਨੇ ਭੌਤਿਕ ਚੀਜ਼ਾਂ ਦੀ ਵੀ ਅਹਿਮੀਅਤ ਸਮਝਣੀ ਸ਼ੁਰੂ ਕਰ ਦਿੱਤੀ। ਮਹਾਨ ਸਮਰਾਟਾਂ ਦਾ ਯੁੱਗ, ਇਹ ਜਿਹੜਾ ਯੁੱਗ ਸੀ ਬਹੁਤ ਹੀ ਮਹਾਨ ਸਮਰਾਟਾਂ ਦਾ ਯੁੱਗ ਸੀ। ਸਭ ਤੋਂ ਪਹਿਲੇ ਤੇ ਗੁਪਤ ਕਾਲ ਵਿੱਚ ਮਹਾਨ ਵਿਅਕਤੀ ਜਿਹੜੀ ਸੀ ਉਹ ਸਮੁੰਦਰ ਗੁਪਤ ਸੀਗਾ, ਜਿੰਨੇ ਕਿ ਆਪਣੇ ਜਿਹੜਾ ਰਾਜ ਸੀ ਉਹਨੂੰ ਸਾਰੇ ਪਾਸੇ ਉਹਦਾ ਵਿਕਾਸ ਕੀਤਾ। ਔਰ ਉਹਨੇ ਜਿਹੜੇ ਸੀਗੇ 100 ਯੁੱਧ ਜਿਹੜੇ ਸੀ ਉਹ ਜਿੱਤੇ ਸੀ। ਰਾਜਨੀਤਿਕ ਏਕਤਾ ਦਾ ਗੁਣ, ਸਭ ਤੋਂ ਪਹਿਲਾਂ ਅਸ਼ੋਕ ਦੀ ਮੌਤ ਤੋਂ ਬਾਅਦ ਭਾਰਤ ਦੀ ਏਕਤਾ ਖਤਮ ਹੋ ਗਈ ਸੀ ਅਤੇ ਦੇਸ਼ ਛੋਟੇ ਟੁਕੜਿਆਂ ਵਿੱਚ ਵੰਡਿਆ ਗਿਆ ਸੀ। ਇਸ ਰਾਜਨੀਤਿਕ ਏਕਤਾ ਨੂੰ ਗੁਪਤ ਰਾਜਿਆਂ ਨੇ ਫਿਰ ਤੋਂ ਸਥਾਪਿਤ ਕੀਤਾ, ਜਾਣੀ ਕਿ ਗੁਪਤ ਰਾਜ ਵਿੱਚ ਜਿੰਨੇ ਵੀ ਰਾਜੇ ਹੋਏ ਸਮੁੰਦਰ ਗੁਪਤ ਦੇ ਨਾਲ ਸਾਰਿਆਂ ਨੇ ਇਹਦੀ ਏਕਤਾ ਨੂੰ ਬਣਾਉਣ ਵਿੱਚ ਪੂਰਾ ਯੋਗਦਾਨ ਦਿੱਤਾ।
ਨੈਕਸਟ ਆ ਜੋ ਸ਼ਾਂਤੀ ਅਤੇ ਵਿਵਸਥਾ ਦਾ ਯੁੱਗ। ਇਹ ਯੁੱਗ ਜਿਹੜਾ ਸੀ ਸ਼ਾਂਤੀ ਅਤੇ ਵਿਵਸਥਾ ਦਾ ਸੀ, ਕਿਉਂਕਿ ਇਹਦੇ ਵਿੱਚ ਕਿਸੇ ਵੀ ਧਰਮ ਨਾਲ ਅਨਿਆਏ ਨਹੀਂ ਕੀਤਾ ਜਾਂਦਾ। ਸਾਰੇ ਧਰਮਾਂ ਨੂੰ ਸਮਾਨ ਜਿਹੜੇ ਸੀ ਸਮਾਨ ਨਜ਼ਰ ਨਾਲ ਦੇਖਿਆ ਜਾਂਦਾ ਸੀ। ਨੈਕਸਟ ਆ ਗਿਆ ਸਾਹਿਤ ਦੇ ਸ਼੍ਰੇਸ਼ਟਤਾ ਦਾ ਯੁੱਗ। ਇਸ ਯੁੱਗ ਦੇ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ ਗਿਆ, ਜਿਵੇਂ ਕਿ ਉਹਨਾਂ ਨੇ ਲਿਖਿਆ ਕਿ ਬਹੁਤ ਸਾਰੇ ਨਾਟਕ, ਬਹੁਤ ਸਾਰੇ ਕਲਾਕਾਰ ਸੀ ਜਿਹੜੇ ਕਾਵਿ ਅਤੇ ਸੰਗੀਤ ਦੀ ਰਚਨਾ ਕਰਦੇ ਸੀ। ਵਸੂਬੰਦ, ਦਿਗਨਾਗ, ਇਹ ਸਾਰੇ ਜਿਹੜੇ ਸੀ ਇਹ ਉਸ ਸਮੇਂ ਦੇ ਬੋਧੀ ਵਿਦਵਾਨ ਸੀ, ਜਿਨ੍ਹਾਂ ਨੇ ਬਹੁਤ ਸਾਰਾ ਕਾਵਿ ਲਿਖਿਆ ਔਰ ਨਾਟਕ ਲਿਖੇ। ਵਿਗਿਆਨ ਉੱਨਤੀ ਦਾ ਯੁੱਗ, ਇਹ ਪਹਿਲਾ ਯੁੱਗ ਸੀ ਜਿਹਦੇ ਵਿੱਚ ਵਿਗਿਆਨ ਦੀ ਉੱਨਤੀ ਹੋਈ। ਗੁਪਤ ਕਾਲ ਵਿੱਚ ਵਿਗਿਆਨ ਦੀ ਬੜੀ ਹੀ ਉੱਨਤੀ ਹੋਈ। ਹਿਸਾਬ, ਜੋਤਿਸ਼, ਵੈਦਿਕ, ਰਸਾਇਣ ਵਿਗਿਆਨ ਅਤੇ ਧਾਤੂ ਵਿਗਿਆਨ ਦੀ ਇਸ ਯੁੱਗ ਵਿੱਚ ਬੜੀ ਪ੍ਰਗਤੀ ਰਹੀ। ਇਸ ਗੱਲ ਦੇ ਸਬੂਤ ਉਪਲਬਧ ਹੋਏ ਹਨ ਕਿ ਰੇਖਾ ਹਿਸਾਬ ਹੁੰਦਾ ਮੈਥ ਦਾ ਅਭਿਆਸ ਇਸ ਯੁੱਗ ਵਿੱਚ ਹੁੰਦਾ ਸੀ। ਦਸ਼ਮਲਵ ਵੱਖ ਦਾ ਅਨਵੇਸ਼ਣ ਵੀ ਇਸੇ ਕਾਲ ਵਿੱਚ ਹੋਇਆ। ਆਰਿਆ ਭੱਟ ਨਾਮ ਦਾ ਵਿਦਵਾਨ ਨੇ ਆਰਿਆ ਭੱਟੀਅਮ ਨਾਮ ਦਾ ਗ੍ਰੰਥ ਦੀ ਰਚਨਾ ਇਸੇ ਕਾਲ ਵਿੱਚ ਕੀਤੀ, ਜਿਸ ਵਿੱਚ ਅੰਕ ਗਣਿਤ, ਬੀਜ ਗਣਿਤ ਅਤੇ ਰੇਖਾ ਗਣਿਤ ਤਿੰਨਾਂ ਦੀ ਵਿਵੇਚਨਾ ਕੀਤੀ ਗਈ। ਜੋਤਿਸ਼ ਦੀ ਵੀ ਇਸ ਕਾਲ ਵਿੱਚ ਬੜੀ ਉੱਨਤੀ ਹੋਈ। ਆਰਿਆ ਭੱਟ ਇਸ ਕਾਲ ਦੇ ਬਹੁਤ ਵੱਡੇ ਜੋਤਸ਼ੀ ਸਨ। ਇਹਨਾਂ ਨੇ ਪੁਰਾਣਾ ਅਤੇ ਸ਼ਰੂਤੀਆਂ ਦੇ ਇਸ ਵਿਚਾਰ ਦਾ ਖੰਡਨ ਕੀਤਾ ਕਿ ਗ੍ਰਹਿਣ ਰਾਹੂ ਕੇਤੂ ਦੇ ਕਾਰਨ ਹੁੰਦਾ ਹੈ। ਇਸ ਗੱਲ ਨੂੰ ਸਿੱਧ ਕੀਤਾ ਕਿ ਚੰਦਰਮਾ ਦੇ ਸੂਰਜ ਅਤੇ ਪ੍ਰਿਥਵੀ ਵਿੱਚੋਂ ਆ ਜਾਣ ਨਾਲ ਗ੍ਰਹਿਣ ਲੱਗਦਾ ਹੈ। ਆਰਿਆ ਭੱਟ ਨੇ ਇਸ ਤੱਥ ਨੂੰ ਵੀ ਸਿੱਧ ਕੀਤਾ ਕਿ ਪ੍ਰਿਥਵੀ ਆਪਣੀ ਧੁਰੀ ਤੇ ਘੁੰਮਦੀ ਹੈ। ਇਹ ਸਾਰਾ ਕੁਝ ਪਹਿਲੋਂ ਲੋਕਾਂ ਦਾ ਵਿਸ਼ਵਾਸ ਸੀ ਕਿ ਜਿਹੜਾ ਸੂਰਜ ਆ ਉਹ ਧਰਤੀ ਦੁਆਲੇ ਘੁੰਮਦਾ, ਬਟ ਆਰਿਆ ਭੱਟ ਨੇ ਉਹਨਾਂ ਦਾ ਵਿਸ਼ਵਾਸ ਜਿਹੜਾ ਸੀ ਉਹਨੂੰ ਤੋੜਿਆ ਕਿ ਨਹੀਂ, ਜਿਹੜੀ ਧਰਤੀ ਆ ਉਹ ਸੂਰਜ ਦੁਆਲੇ ਘੁੰਮਦੀ ਹੈ। ਨੈਕਸਟ ਪੁਆਇੰਟ ਹੈਗੇ ਵੈਦਿਕ ਸੱਭਿਅਤਾ ਅਤੇ ਸੰਸਕ੍ਰਿਤੀ ਦੀ ਰੱਖਿਆ ਦਾ ਯੁੱਗ। ਧਾਰਮਿਕ ਸਹਿਣਸ਼ੀਲਤਾ ਦਾ ਯੁੱਗ। ਵਿਦੇਸ਼ੀਆਂ ਦੀ ਵਿੱਚ ਭਾਰਤੀ ਸੱਭਿਅਤਾ ਸੰਸਕ੍ਰਿਤੀ ਦੇ ਪ੍ਰਸਾਰ ਦਾ ਯੁੱਗ। ਯਾਨੀ ਕਿ ਕਹਿਣ ਦਾ ਭਾਵ ਕਿ ਜਿੰਨੇ ਵੀ ਵਿਦੇਸ਼ੀ ਉਸ ਸਮੇਂ ਵਿੱਚ ਭਾਰਤ ਵਿੱਚ ਆਏ, ਉਹਨਾਂ ਦਾ ਕਲਚਰ ਵੀ ਸਾਡੇ ਦੇਸ਼ ਵਿੱਚ ਪ੍ਰਭਾਵ ਕੀਤਾ। ਉਹਨਾਂ ਦੇ ਸੱਭਿਅਤਾ ਜਿਹੜੀ ਸੀ, ਉਹਨਾਂ ਦਾ ਕਲਚਰ, ਉਹਨੇ ਲੋਕਾਂ ਤੇ ਬੜਾ ਪ੍ਰਭਾਵ ਪਾਇਆ। ਨੈਕਸਟ ਚੈਪਟਰ ਇਕਾਈ ਹੈਗੀ ਆ 10 ਧਾਰਮਿਕ ਅੰਦੋਲਨ। ਧਾਰਮਿਕ ਅੰਦੋਲਨ ਇਹਦੇ ਵਿੱਚੋਂ ਸਿਰਫ 2 ਮਾਰਕਸ ਦਾ ਹੀ ਆਪਾਂ ਕੁਐਸਚਨ ਲਵਾਂਗੇ। ਪੇਜ ਨੰਬਰ 209 ਧਾਰਮਿਕ ਅੰਦੋਲਨ ਦਾ ਸਵਰੂਪ ਕੀ ਸੀਗਾ ਜਾਂ ਨੇਚਰ ਆਫ ਰਿਲੀਜੀਅਸ ਮੂਵਮੈਂਟ। ਭਾਰਤ ਵਿੱਚ ਇਸ ਅੰਦੋਲਨ ਦੇ ਕਈ ਪ੍ਰਤੱਖ ਅਤੇ ਪ੍ਰਮੁੱਖ ਕਾਰਨ ਸਨ ਜੋ ਤਤਕਾਲੀਨ ਸਮਾਜਿਕ ਅਤੇ ਆਰਥਿਕ ਪਰਿਵਰਤਨਾਂ ਵਿੱਚ ਸ਼ਾਮਿਲ ਸਨ। ਇਹਨਾਂ ਪਰਿਵਰਤਨਾਂ ਤੋਂ ਪ੍ਰਾਚੀਨ ਵੈਦਿਕ ਪਰੰਪਰਾ ਦੀ ਧਾਰਮਿਕ ਅਤੇ ਸਮਾਜਿਕ ਮਾਨਤਾਵਾਂ ਅਤੇ ਜੀਵਨ ਪ੍ਰਣਾਲੀ ਦੇ ਕਈ ਤੱਤ ਕੇਵਲ ਰੂੜੀ ਬਣ ਕੇ ਰਹਿ ਗਏ, ਜੋ ਸਮਾਜਿਕ ਵਿਕਾਸ ਵਿੱਚ ਰੁਕਾਵਟ ਸਿੱਧ ਹੋਣ ਲੱਗੀ। ਈਸਾ 6ਵੀਂ ਸਦੀ ਵਿੱਚ ਪ੍ਰਚਲਿਤ ਵੱਖ-ਵੱਖ ਸੰਪਰਦਾਵਾਂ ਵਿੱਚੋਂ ਅੱਗੇ ਚੱਲ ਕੇ ਕੇਵਲ ਜੈਨ ਅਤੇ ਬੁੱਧ ਧਰਮ ਹੀ ਜ਼ਿਆਦਾ ਪ੍ਰਸਿੱਧ ਹੋਇਆ। ਇਹਨਾਂ ਧਾਰਮਿਕ ਸੰਪਰਦਾਵਾਂ ਨੇ ਪੁਰਾਣੇ ਵੈਦਿਕ ਧਰਮ ਦੇ ਕਈ ਦੇਸ਼ਾਂ ਤੇ ਹਮਲਾ ਕੀਤਾ। ਇਸ ਲਈ ਇਹਨਾਂ ਧਰਮਾਂ ਨੂੰ ਸੁਧਾਰਵਾਦੀ ਅੰਦੋਲਨ ਵੀ ਕਿਹਾ ਜਾਂਦਾ ਹੈ। ਹੁਣ ਕਿਹੜੇ ਸੁਧਾਰਵਾਦੀ ਅੰਦੋਲਨ ਨੇ? ਇੱਕ ਜੈਨ ਧਰਮ ਤੇ ਇੱਕ ਬੁੱਧ ਧਰਮ, ਕਿਉਂਕਿ ਇਹਨਾਂ ਨੇ ਸ਼ੈਵ ਧਰਮ ਉੱਤੇ ਤੇ ਵੈਸ਼ਨੋ ਧਰਮ ਉੱਤੇ ਬਹੁਤ ਜ਼ਿਆਦਾ ਉਹਨਾਂ ਨੂੰ ਖਤਮ ਕਰਨ ਵਿੱਚ ਬਹੁਤ ਜ਼ਿਆਦਾ ਹਿੱਸਾ ਪਾਇਆ, ਜਿਸ ਦੀ ਚਰਚਾ ਅਸੀਂ ਬਸ ਇੱਥੋਂ ਤੱਕ ਹੀ ਆਪਾਂ ਕਰਾਂਗੇ। ਨੈਕਸਟ ਆ ਜਾਓ ਚੈਪਟਰ ਇਕਾਈ 11 ਇਕਾਈ ਦੇ ਵਿੱਚ ਹੈਗਾ ਜੈਨ ਧਰਮ ਅਤੇ ਬੁੱਧ ਧਰਮ ਦਾ ਉਹਨਾਂ ਨੇ ਵੇਰਵਾ ਪੁੱਛਿਆ। ਵੈਰੀ ਇੰਪੋਰਟੈਂਟ ਦੋਨੋਂ ਕੁਐਸਚਨ, ਜੈਨ ਧਰਮ ਔਰ ਬੁੱਧ ਧਰਮ। ਕੁਐਸਚਨ ਇਵੇਂ ਵੀ ਹੁੰਦਾ ਵਾ ਕਿ ਮਹਾਵੀਰ ਸਵਾਮੀ ਅਤੇ ਜੈਨ ਧਰਮ ਬਾਰੇ ਦੱਸੋ, ਜਾਂ ਉਹਨਾਂ ਨੇ ਇਹ ਪੁੱਛਣਾ ਵਾ ਕਿ ਜੈਨ ਧਰਮ ਦੇ ਜਿਹੜੇ ਸਿਧਾਂਤ ਉਹਨਾਂ ਬਾਰੇ ਦੱਸੋ ਕਿ ਉਹਨਾਂ ਦੇ ਕਿਹੜੇ ਸਿਧਾਂਤ ਨੇ। 10 ਮਾਰਕਸ ਦਾ ਕੁਐਸਚਨ। ਪੇਜ ਨੰਬਰ 216। ਸਭ ਤੋਂ ਪਹਿਲੇ ਅਸੀਂ ਮਹਾਵੀਰ ਦੀ ਜੀਵਨੀ ਥੋੜੀ ਜਿਹੀ ਪੜਾਂਗੇ। ਉਹਦੇ ਵਿੱਚ ਮਹਾਵੀਰ ਸਵਾਮੀ ਬਾਰੇ ਵੀ ਇੱਕ ਕੁਐਸਚਨ ਹੁੰਦਾ ਕਿ ਮਹਾਵੀਰ ਸਵਾਮੀ ਕੌਣ ਸਨ। ਜੈਨੀਆਂ ਦੇ ਸਭ ਤੋਂ ਅਖੀਰਲੇ 24ਵੇਂ ਤੀਰਥੰਕਰ ਮਹਾਵੀਰ ਸਵਾਮੀ ਸਨ। ਉਹਨਾਂ ਦਾ ਜਨਮ ਈਸਾ ਦੇ ਲਗਭਗ 600 ਸਾਲ ਪਹਿਲਾਂ ਵਿਸ਼ਾਲੀ ਦੇ ਕੋਲ ਕੁੰਡਗ੍ਰਾਮ ਵਿੱਚ ਹੋਇਆ ਸੀ, ਜੋ ਆਧੁਨਿਕ ਬਿਹਾਰ ਅਤੇ ਵਿਸ਼ਾਲੀ ਜ਼ਿਲ੍ਹੇ ਵਿੱਚ ਸਥਿਤ ਹੈ। ਕੁੰਡਗ੍ਰਾਮ ਵਿੱਚ ਜਾਂਤਰਿਕ ਨਾਮ ਦਾ ਗਣਰਾਜ ਸੀ। ਮਹਾਵੀਰ ਦੇ ਪਿਤਾ ਸਿਧਾਰਥ ਉੱਥੋਂ ਦੇ ਗਣ ਮੁਖੀ ਸਨ, ਯਾਨੀ ਕਿ ਜਿਹੜੇ ਗਣ ਸੀਗੇ ਉੱਥੋਂ ਦਾ ਉਹ ਪ੍ਰਧਾਨ ਸੀਗਾ ਉਹਦਾ ਪਿਤਾ ਸਿਧਾਰਥ। ਉਹਨਾਂ ਦੀ ਮਾਤਾ ਤ੍ਰਿਸ਼ਲਾ ਦੇਵੀ ਵਿਸ਼ਾਲੀ ਗਣਰਾਜ ਦੇ ਅਧੀਨ ਛੋਟੇ ਜਿਹੇ ਰਾਜ ਲਿਸ਼ਵੀ ਦੇ ਅਧਿਪਤੀ
ਰਾਜਾ ਚੇਤਕ ਦੀ ਭੈਣ ਸੀ। ਵੱਡੇ ਹੋਣ ਤੇ ਯਸ਼ੋਦਾ ਨਾਮ ਦੀ ਇੱਕ ਕੁੜੀ ਨਾਲ ਮਹਾਵੀਰ ਦਾ ਵਿਆਹ ਕਰ ਦਿੱਤਾ ਗਿਆ। ਉਹਨਾਂ ਤੋਂ ਉਹਨਾਂ ਨੂੰ ਇੱਕ ਪੁੱਤਰ ਪੈਦਾ ਹੋਇਆ ਸੀ। ਆਪਣੇ ਮਾਤਾ ਪਿਤਾ ਦੀ ਮੌਤ ਦੇ ਬਾਅਦ 30 ਸਾਲ ਦੀ ਉਮਰ ਵਿੱਚ ਉਹਨਾਂ ਨੇ ਜੰਗਲ ਵਿੱਚ ਜਾ ਕੇ ਗਿਆਨ ਪ੍ਰਾਪਤੀ ਦੇ ਲਈ 12 ਸਾਲ ਤੱਕ ਸਖਤ ਤਪੱਸਿਆ ਕੀਤੀ। ਜਾਣੀ ਕਿ ਮਹਾਵੀਰ ਸਵਾਮੀ ਨੇ 30 ਸਾਲ ਦੀ ਉਮਰ ਵਿੱਚ ਆਪਣਾ ਘਰ-ਬਾਰ ਛੱਡ ਦਿੱਤਾ, ਭਾਵੇਂ ਕਿ ਉਹ ਵਿਆਹਿਆ ਸੀ, ਤੇ ਉੱਥੇ ਜਾ ਕੇ ਉਹਨੇ ਘੋਰ ਤਪੱਸਿਆ ਕੀਤੀ। ਲੋਕਾਂ ਨੇ ਉਹਨੂੰ ਲਾਠੀਆਂ ਨਾਲ ਮਾਰਿਆ, ਉਹਨਾਂ ਤੇ ਇੱਟਾਂ, ਪੱਥਰ ਅਤੇ ਗੰਦੀਆਂ ਚੀਜ਼ਾਂ ਸੁੱਟੀਆਂ, ਉਹਨਾਂ ਦਾ ਮਜ਼ਾਕ ਉਡਾਇਆ ਗਿਆ ਅਤੇ ਹੋਰ ਤਰੀਕਿਆਂ ਨਾਲ ਉਹਨਾਂ ਦੀ ਤਪੱਸਿਆ ਭੰਗ ਕਰਨ ਦਾ ਯਤਨ ਕੀਤਾ ਗਿਆ, ਪਰ ਉਹ ਆਪਣੇ ਮਾਰਗ ਤੋਂ ਨਹੀਂ ਹਟੇ। ਇਸ ਸਖਤ ਤਪੱਸਿਆ ਦੇ ਪ੍ਰਭਾਵ ਨਾਲ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਅਤੇ ਉਹਨਾਂ ਦਾ ਦਿਲ ਗਿਆਨ ਲੋਕ ਨਾਲ ਜਗਮਗਾ ਉੱਠਿਆ। ਹੁਣ ਉਹਨਾਂ ਨੇ ਸੰਸਾਰਿਕ ਬੰਧਨਾਂ ਨੂੰ ਛੱਡ ਕੇ ਮਾਇਆ ਮੋਹ ਤੋਂ ਛੁਟਕਾਰਾ ਪਾ ਲਿਆ ਅਤੇ ਉਹ ਨਿਗ੍ਰੰਥ ਅਖਵਾਏ, ਜਿਸ ਦਾ ਅਰਥ ਹੁੰਦਾ ਹੈ ਬੰਧਨਹੀਨ ਕਿ ਜਾਣੀ ਕਿ ਸਮਾਜ ਦੇ ਬੰਧਨਾਂ ਵਿੱਚੋਂ ਉਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਪਰੇ ਕਰ ਲਿਆ। ਉਹਨਾਂ ਨੇ ਬਾਅਦ ਵਿੱਚ ਆਪਣੀ ਇੰਦਰੀਆਂ ਦੇ ਜਿੱਤ ਪ੍ਰਾਪਤ ਕਰ ਲਈ ਸੀ। ਉਹ ਜਿੰਨ ਖਵਾਏ। ਉਹਨਾਂ ਨੇ 12 ਸਾਲ ਤੱਕ ਤਪੱਸਿਆ ਦੇ ਬਾਅਦ ਜੁਮਕ ਗ੍ਰਾਮ ਦੇ ਬਾਹਰ ਤ੍ਰਿਜੂ ਪਾਲਕਾ ਨਦੀ ਦੇ ਤੱਟ ਤੇ ਕੈਵਲੇ ਗਿਆਨ ਦੀ ਪ੍ਰਾਪਤੀ ਹੋਈ। ਉਦੋਂ ਤੋਂ ਉਹ ਅਰਹਤ ਕਹਾਉਣ ਲੱਗੇ, ਜਾਣੀ ਕਿ ਉਦੋਂ ਤੋਂ ਹੀ ਉਹਨਾਂ ਦੀ ਪੂਜਾ ਹੋਣ ਲੱਗੀ। ਉਹ ਕਈ ਮਹੀਨੇ ਬਿਨਾਂ ਨਹਾਤੇ ਧੋਤੇ ਅਤੇ ਬਿਨਾਂ ਖਾਧੇ ਪੀਤੇ ਤਪੱਸਿਆ ਵਿੱਚ ਲੀਨ ਰਹੇ। ਉਹਨਾਂ ਨੇ ਕਦੀ ਆਪਣੇ ਜ਼ਖਮਾਂ ਨੂੰ ਭਰਨ ਦਾ ਯਤਨ ਨਹੀਂ ਕੀਤਾ ਤੇ ਨਾ ਹੀ ਦਵਾਈ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ। ਅਥਾਹ ਧੀਰਜ, ਜਾਣੀ ਕਿ ਉਹਨਾਂ ਦੇ ਵਿੱਚ ਇੰਨੀ ਸਹਿਨਸ਼ੀਲਤਾ ਸੀ, ਉਹਨਾਂ ਨੇ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਅਤੇ ਉਹ ਮਹਾਵੀਰ ਕਹਾਏ। ਇਹ ਸੀ ਉਹਨਾਂ ਦਾ ਜੀਵਨ। ਉਸ ਤੋਂ ਅੱਗੇ ਉਹਨਾਂ ਦੇ ਆਪਾਂ ਸਿਧਾਂਤ ਪੜਾਂਗੇ ਕਿ ਜੈਨ ਧਰਮ ਦੇ ਸਿਧਾਂਤ ਕਿਹੜੇ-ਕਿਹੜੇ ਸੀ। ਸਭ ਤੋਂ ਪਹਿਲਾਂ ਜੈਨ ਧਰਮ ਦਾ ਇਹ ਵਿਸ਼ਵਾਸ ਆ ਕਿ ਈਸ਼ਵਰ ਸੰਬੰਧੀ ਵਿਚਾਰ, ਉਹਨਾਂ ਦਾ ਉਹ ਪਰਮਾਤਮਾ ਵਿੱਚ ਵਿਸ਼ਵਾਸ ਕਰਦੇ ਆ ਕਿ ਨਹੀਂ। ਜੈਨੀਆਂ ਦਾ ਈਸ਼ਵਰ ਵਿੱਚ ਹੋਂਦ ਵਿੱਚ ਵਿਸ਼ਵਾਸ ਸੀ ਜਾਂ ਨਹੀਂ, ਇਸ ਵਿਸ਼ੇ ਵਿੱਚ ਵਿਦਵਾਨਾਂ ਦੀ ਭਾਰੀ ਮਤਭੇਦ ਆ, ਪਰ ਹੁਣ ਇਹ ਨਿਸ਼ਚਿਤ ਹੋ ਚੁੱਕਾ ਹੈ ਕਿ ਜੈਨ ਧਰਮ ਨੂੰ ਮੰਨਣ ਵਾਲੇ ਈਸ਼ਵਰ ਦੀ ਹੋਂਦ ਵਿੱਚ ਵਿਸ਼ਵਾਸ ਨਹੀਂ ਕਰਦੇ। ਯਾਨੀ ਕਿ ਜਿਹੜੇ ਵੀ ਇਨਸਾਨ ਜੈਨ ਧਰਮ ਨੂੰ ਮੰਨਦੇ ਆ ਉਹ ਈਸ਼ਵਰ ਨੂੰ ਨਹੀਂ ਮੰਨਦੇ। ਉਹ ਕਹਿੰਦੇ ਕਿ ਪਰਮਾਤਮਾ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਸਿਰਫ ਆਪਣੇ ਕਰਮ ਹੀ ਆ ਜਿਹੜੇ ਸਾਡੇ ਅੱਗੇ ਜਾ ਕੇ ਕੰਮ ਆਉਂਦੇ ਆ। ਮਹਾਵੀਰ ਖੁਦ ਈਸ਼ਵਰ ਨੂੰ ਸ੍ਰਿਸ਼ਟੀ ਦਾ ਕਰਤਾ ਨਹੀਂ ਮੰਨਦੇ। ਉਹਨਾਂ ਦਾ ਵਿਚਾਰ ਸੀ ਕਿ ਮਨੁੱਖ ਦੀ ਆਤਮਾ ਵਿੱਚ ਕੁਝ ਮਹਾਨ ਹੈ ਅਤੇ ਜੋ ਸ਼ਕਤੀ ਹੈ ਉਹ ਹੈ ਨੈਤਿਕਤਾ, ਉਹ ਭਗਵਾਨ ਹੈ। ਜੋ ਉਹਨਾਂ ਦਾ ਕਹਿਣ ਦਾ ਭਾਵ ਕਿ ਜਿਹੜੀ ਮਨੁੱਖ ਦੀ ਆਤਮਾ ਉਹ ਹੀ ਪਰਮਾਤਮਾ ਹੈ। ਜੈਨੀਆਂ ਦਾ ਕਹਿਣਾ ਹੈ ਕਿ ਸ੍ਰਿਸ਼ਟੀ ਜਾਂ ਵਿਸ਼ਵ ਦਾ ਸੰਚਾਲਨ ਕਰਨ ਦੇ ਲਈ ਈਸ਼ਵਰ ਵਰਗੀ ਕਿਸੇ ਅਲੌਕਿਕ ਸੱਤਾ ਦੀ ਜ਼ਰੂਰਤ ਨਹੀਂ ਹੈ। ਇਸ ਧਰਮ ਵਿੱਚ ਤੀਰਥੰਕਰਾਂ ਨੂੰ ਹੀ ਈਸ਼ਵਰ ਮੰਨਿਆ ਗਿਆ ਹੈ ਅਤੇ ਮੰਦਰਾਂ ਵਿੱਚ ਦੇਵੀ ਦੇਵਤਿਆਂ ਦੀ ਬਜਾਏ ਤੀਰਥੰਕਰਾਂ ਦੀ ਪੂਜਾ ਹੀ ਕੀਤੀ ਜਾਂਦੀ ਹੈ। ਜੈਨ ਧਰਮ ਵਿੱਚ ਈਸ਼ਵਰ ਨੂੰ ਨਿਰਾਕਾਰ ਮੰਨਿਆ ਜਾਂਦਾ ਹੈ। ਨਿਰੰਕਾਰ ਦਾ ਮਤਲਬ ਹੁੰਦਾ ਜਿਹਦਾ ਕੋਈ ਆਕਾਰ ਨਹੀਂ ਹੁੰਦਾ। ਜੈਨ ਧਰਮ ਵਾਲੇ ਕਹਿੰਦੇ ਆ ਕਿ ਪਰਮਾਤਮਾ ਈਸ਼ਵਰ ਦਾ ਕੋਈ ਆਕਾਰ ਨਹੀਂ ਹੈਗਾ, ਉਹ ਸਿਰਫ ਸਾਡੇ ਅੰਦਰ। ਉਸਦਾ ਕਹਿਣਾ ਹੈ ਕਿ ਨਿਰਮਾਣਕਰਤਾ ਦੇ ਹੱਥ ਪੈਰ ਹੁੰਦੇ ਹਨ ਅਤੇ ਉਹ ਆਪਣੇ ਹੱਥਾਂ ਨਾਲ ਕੰਮ ਕਰਕੇ ਕਿਸੇ ਵੀ ਵਸਤੂ ਦਾ ਨਿਰਮਾਣ ਕਰਦਾ ਹੈ। ਈਸ਼ਵਰ ਨੂੰ ਸਾਰੇ ਵਿਅਕਤੀ ਨਿਰਾਕਾਰ ਨਹੀਂ ਮੰਨਦੇ ਤੇ ਈਸ਼ਵਰ ਜਿਸਦਾ ਕੋਈ ਰੂਪ ਨਹੀਂ, ਉਹ ਵਿਸ਼ਵਕਰਤਾ ਕਦੇ ਨਹੀਂ ਹੋ ਸਕਦਾ। ਨੈਕਸਟ ਆ ਜਾਓ, ਦੂਸਰਾ ਉਹਨਾਂ ਦਾ ਸਿਧਾਂਤ ਸੀ ਆਤਮਵਾਦ। ਉਹਨਾਂ ਨੇ ਆਤਮਾ ਤੇ ਜ਼ੋਰ ਦਿੱਤਾ ਹੈ ਕਿ ਸਾਰੇ ਲੋਕ ਜਿਹੜੇ ਨੇ ਆਤਮਵਾਦੀ ਨਹੀਂ ਹੁੰਦੇ। ਅਨੀਸ਼ਵਰਵਾਦੀ ਹੁੰਦੇ ਹੋਏ ਵੀ ਮਹਾਵੀਰ ਅਨਾਤਮਵਾਦੀ ਨਹੀਂ ਸਨ। ਉਹਨਾਂ ਦਾ ਕਹਿਣਾ ਸੀ ਕਿ ਵਿਸ਼ਵ ਵਿੱਚ ਦੋ ਬੁਨਿਆਦੀ ਪਦਾਰਥ ਹਨ, ਜੀਵ ਅਤੇ ਅਜੀਵ। ਉਹਨਾਂ ਦੇ ਕਹਿਣ ਦਾ ਭਾਵ ਸੀ ਕਿ ਸਾਰੇ ਸੰਸਾਰ ਵਿੱਚ ਦੋ ਹੀ ਚੀਜ਼ਾਂ ਹੁੰਦੀਆਂ, ਇੱਕ ਤੇ ਜਿਨ੍ਹਾਂ ਵਿੱਚ ਜਾਨ ਹੁੰਦੀ ਆ ਔਰ ਇੱਕ ਜਿਨ੍ਹਾਂ ਵਿੱਚ ਜਾਨ ਨਹੀਂ ਹੁੰਦੀ। ਦੋਨੋਂ ਹੀ ਅਨਾਦਿ ਹਨ, ਉਹਨਾਂ ਨੂੰ ਕਿਸੇ ਨੇ ਨਹੀਂ ਰਚਿਆ, ਦੋਵੇਂ ਹੀ ਸੁਤੰਤਰ ਹਨ। ਜੀਵ ਦਾ ਅਰਥ ਆਤਮਾ ਹੈ। ਮਹਾਵੀਰ ਦਾ ਵਿਸ਼ਵਾਸ ਸੀ ਕਿ ਜੀਵ ਕੇਵਲ ਮਨੁੱਖ, ਪਸ਼ੂ ਅਤੇ ਬਨਸਪਤੀ ਵਿੱਚ ਹੀ ਨਹੀਂ ਬਲਕਿ ਸੰਸਾਰ ਦੇ ਕਣ-ਕਣ ਵਿੱਚ ਪਾਇਆ ਜਾਂਦਾ ਹੈ। ਪੱਥਰਾਂ ਅਤੇ ਚੱਟਾਨਾਂ, ਜਲ ਅਤੇ ਹੋਰ ਪ੍ਰਾਕ੍ਰਿਤਿਕ ਵਸਤੂਆਂ ਵਿੱਚ ਵੀ ਜੀਵ ਹੈ। ਸੰਸਾਰ ਵਿੱਚ ਅਣਗਿਣਤ ਜੀਵ ਹਨ ਅਤੇ ਸਾਰੇ ਬਰਾਬਰ ਹਨ। ਨੈਕਸਟ ਆ ਜਾਓ, ਕਰਮ ਦੀ ਪ੍ਰਧਾਨਤਾ। ਇਹਨਾਂ ਨੇ ਕਰਮ ਨੂੰ ਬਹੁਤ ਅੱਗੇ ਰੱਖਿਆ। ਇਹਨਾਂ ਦਾ ਕਹਿਣ ਦਾ ਭਾਵ ਆ ਜੈਨ ਧਰਮ ਦਾ, ਇਹਨਾਂ ਦਾ ਇਹ ਸਿਧਾਂਤ ਬਹੁਤ ਮਤਲਬ ਪ੍ਰਫੁੱਲਤ ਆ ਕਿ ਜਿਹੜੀ ਕਰਮ ਦੀ ਪ੍ਰਧਾਨਤਾ ਹੁੰਦੀ, ਕਿਉਂਕਿ ਜਿਸ ਤਰ੍ਹਾਂ ਦੇ ਅਸੀਂ ਕਰਮ ਕਰਦੇ ਹਾਂ ਉਸ ਤਰ੍ਹਾਂ ਦਾ ਸਾਨੂੰ ਫਲ ਮਿਲ ਜਾਂਦਾ। ਜੈਨ ਲੋਕ ਕਰਮ ਦੀ ਪ੍ਰਧਾਨਤਾ ਨੂੰ ਮੰਨਦੇ ਹਨ। ਇਹਨਾਂ ਲੋਕਾਂ ਦਾ ਵਿਸ਼ਵਾਸ ਹੈ ਕਿ ਸਾਡੇ ਜਨਮ ਦੇ ਕਰਮਾਂ ਨਾਲ ਹੀ ਇਸ ਗੱਲ ਦਾ ਫੈਸਲਾ ਹੁੰਦਾ ਹੈ ਕਿ ਕਿਸ ਵੰਸ਼ ਵਿੱਚ ਸਾਡਾ ਜਨਮ ਹੋਵੇਗਾ ਅਤੇ ਕਿਹੋ ਜਿਹਾ ਸਾਡਾ ਸਰੀਰ ਹੋਵੇਗਾ। ਕਰਮ ਕਈ ਤਰ੍ਹਾਂ ਦੇ ਹੁੰਦੇ ਹਨ ਅਤੇ ਉਹਨਾਂ ਦਾ ਫਲ ਵੀ ਵੱਖ-ਵੱਖ ਤਰ੍ਹਾਂ ਦਾ ਹੁੰਦਾ ਹੈ। ਕਰਮ ਦੇ ਪ੍ਰਭਾਵ ਨਾਲ ਹੀ ਉਹ ਰਾਜਾ ਜਾਂ ਭੋਗੀ ਦੇ ਘਰ ਜਨਮ ਲੈਂਦਾ ਹੈ। ਇਸ ਜਨਮ ਦੇ ਚੰਗੇ ਕਰਮ ਕਰਕੇ ਮਨੁੱਖ ਆਪਣੇ ਭਵਿੱਖ ਚੰਗਾ ਬਣਾ ਲੈਂਦਾ ਹੈ। ਉਸ ਨੂੰ ਆਪਣੇ ਕਰਮਾਂ ਦੇ ਲਈ ਫਲ ਜ਼ਰੂਰ ਭੋਗਣਾ ਪੈਂਦਾ ਹੈ। ਗੁੱਸਾ, ਮਾਇਆ, ਲਾਲਚ ਆਦਿ ਦੇ ਕਾਰਨ ਹੀ ਆਤਮਾ ਬੰਧਨ ਵਿੱਚ
ਪੈਂਦੀ ਹੈ। ਜੈਨ ਧਰਮ ਵਿੱਚ ਪੁਨਰ ਜਨਮ ਦੇ ਸਿਧਾਂਤ ਤੇ ਵੀ ਵਿਸ਼ਵਾਸ ਕੀਤਾ ਜਾਂਦਾ ਹੈ। ਜਾਣੀ ਕਿ ਜੈਨੀ ਜਿਹੜੇ ਇਹ ਮੰਨਦੇ ਆ ਕਿ ਇਨਸਾਨ ਜੇ ਚੰਗੇ ਕਰਮ ਕਰਦਾ ਤੇ ਉਹਦਾ ਅਗਲੇ ਜਨਮ ਵਿੱਚ ਉਹ ਚੰਗੇ ਘਰ ਪੈਦਾ ਹੁੰਦਾ, ਜੇਕਰ ਮਾੜੇ ਕਰਮ ਕਰਦਾ ਤੇ ਅਗਲੇ ਜਨਮ 'ਚ ਉਹ ਗਰੀਬ ਘਰ ਵਿੱਚ ਪੈਦਾ ਹੁੰਦਾ। ਤੇ ਇਹਨਾਂ ਨੇ ਅਗਲੇ ਜਨਮ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਕੀਤਾ। ਉਹਨਾਂ ਦੇ ਅਨੁਸਾਰ ਮਨੁੱਖ ਵਾਰ-ਵਾਰ ਜਨਮ ਲੈਂਦਾ ਹੈ। ਉਹ ਵਿਸ਼ਵਾਸ ਕਰਦੇ ਹਨ ਕਿ ਆਤਮਾ ਬਹੁਤ ਸਾਰੇ ਬੰਧਨਾਂ ਵਿੱਚ ਬੱਝੀ ਹੋਈ ਹੈ। ਕਈ ਵਾਰ ਜਨਮ ਲੈਣ ਤੇ ਅਤੇ ਉਹਨਾਂ ਬੰਧਨਾਂ ਦਾ ਅੰਤ ਕਰਕੇ ਹੀ ਮਨੁੱਖ ਮੁਕਤੀ ਪ੍ਰਾਪਤ ਕਰਦਾ ਹੈ। ਜੈਨ ਧਰਮ ਨੂੰ ਮੰਨਣ ਵਾਲੇ ਆਤਮਾ ਦੀ ਹੋਂਦ ਅਤੇ ਉਸਦੇ ਅਮਰਤਾ ਤੇ ਵਿਸ਼ਵਾਸ ਕਰਦੇ ਹਨ। ਇਹ ਲੋਕ ਆਤਮਾ ਨੂੰ ਸਭ ਤੋਂ ਸ੍ਰੇਸ਼ਟ ਮੰਨਦੇ ਹਨ, ਪਰ ਇਹਨਾਂ ਦੀ ਇਹ ਧਾਰਨਾ ਕਰਮ ਦੇ ਬੰਧਨਾਂ ਦੇ ਕਾਰਨ ਉਹਨਾਂ ਦੀ ਸ਼ਕਤੀ ਘਟ ਜਾਂਦੀ ਹੈ। ਕਹਿੰਦੇ ਕਿ ਵੈਸੇ ਤੇ ਜਿਹੜੀ ਇਨਸਾਨ ਦੀ ਆਤਮਾ ਹੈ ਨਾ, ਉਹੀ ਰੱਬ ਹੈ, ਬਟ ਜਦੋਂ ਇਨਸਾਨ ਮਾੜੇ ਕੰਮ ਕਰਦਾ ਤੇ ਉਹਦੀ ਜਿਹੜੀ ਆਤਮਾ ਦੀ ਸ਼ਕਤੀ ਹੈ ਉਹ ਘਟ ਜਾਂਦੀ ਹੈ। ਨੈਕਸਟ ਆ ਜਾਓ ਆਤਮਾ ਦੀ ਮੁਕਤੀ। ਇਹ ਵੀ ਇਹਨਾਂ ਦਾ ਸਿਧਾਂਤ ਆ। ਆਤਮਾ ਨੂੰ ਕਰਮ ਬੰਧਨ ਤੋਂ ਮੁਕਤ ਕਰਨ ਦੇ ਲਈ ਜੈਨ ਧਰਮ ਸਮਿਅਕ ਦਰਸ਼ਨ, ਸਮਿਅਕ ਗਿਆਨ, ਸਮਿਅਕ ਕਰਮ ਰੂਪੀ 3 ਰਤਨਾਂ ਨੂੰ ਕਾਫੀ ਸਮਝਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਆਤਮਾ ਤੋਂ ਮੁਕਤੀ ਪਾਉਣਾ ਚਾਹੁੰਦੇ ਹੋ, ਜਾਣੀ ਕਿ ਅਮਰ ਹੋਣਾ ਚਾਹੁੰਦੇ ਹੋ, ਬਾਰ-ਬਾਰ ਜਨਮ ਨਹੀਂ ਲੈਣਾ ਚਾਹੁੰਦੇ, ਤੇ ਉਹਦੇ ਵਾਸਤੇ ਤੁਹਾਨੂੰ 3 ਕੰਮ ਕਰਨੇ ਪੈਣਗੇ। ਸਮਿਅਕ ਦਰਸ਼ਨ ਕਰਨੇ ਪੈਣਗੇ, ਸਮਿਅਕ ਗਿਆਨ ਲੈਣਾ ਪਊਗਾ, ਔਰ ਸਮਿਅਕ ਕਰਮ ਕਰਨੇ ਪੈਣਗੇ। ਮਹਾਵੀਰ ਦਾ ਕਹਿਣਾ ਸੀ ਕਿ ਮਨੁੱਖ ਦੇ ਸਰੀਰ ਦੀ ਤਰ੍ਹਾਂ ਆਤਮਾ ਸਾਰੇ ਜੀਵਧਾਰੀਆਂ ਦੇ ਸਰੀਰ ਵਿੱਚ ਨਿਵਾਸ ਕਰਦੀ ਹੈ। ਇਸ ਲਈ ਸਾਰੇ ਮਨੁੱਖਾਂ ਦੇ ਲਈ ਇਹ ਚੰਗਾ ਹੁੰਦਾ ਹੈ ਕਿ ਉਹ ਸੰਸਾਰ ਦੇ ਜੀਵਧਾਰੀਆਂ ਨੂੰ ਬਰਾਬਰ ਸਮਝੇ। ਇਹੀ ਉਹਨਾਂ ਦਾ ਸਮਿਅਕ ਦਰਸ਼ਨ ਸੀ। ਸਮਿਅਕ ਦਰਸ਼ਨ ਤੋਂ ਹੀ ਸਮਿਅਕ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਮਨੁੱਖ ਨੂੰ ਅਗਿਆਨਤਾ, ਗੁੱਸਾ, ਲਾਲਚ, ਮੋਹ ਆਦਿ ਤੋਂ ਛੁਟਕਾਰਾ ਪ੍ਰਾਪਤ ਹੁੰਦਾ ਹੈ। ਇਹਨਾਂ ਦੋਨਾਂ ਦੀ ਪ੍ਰਾਪਤੀ ਦੇ ਯਤਨ ਦੇ ਨਾਲ ਨਾਲ ਮਨੁੱਖ ਨੂੰ ਸਮਿਅਕ ਕਰਮ ਜਾਂ ਚਰਿੱਤਰ ਦੀ ਪ੍ਰਾਪਤੀ ਦੇ ਲਈ ਵੀ ਯਤਨ ਕਰਨਾ ਚਾਹੀਦਾ ਹੈ। ਨੈਕਸਟ ਆ ਜਾਓ 18 ਪਾਪ। ਇਹਨਾਂ ਨੇ 18 ਪਾਪ ਦੱਸੇ ਆ, ਜਿਹੜੇ ਕਿ ਇਹਨਾਂ ਦੇ ਧਰਮ ਦੇ ਅਨੁਸਾਰ ਕਦੀ ਵੀ ਇਨਸਾਨ ਨੂੰ ਨਹੀਂ ਕਰਨੇ ਚਾਹੀਦੇ। ਜੇਕਰ ਉਹ ਇਹ 18 ਪਾਪਾਂ ਤੋਂ ਬਚ ਜਾਂਦਾ ਹੈ ਤੇ ਉਹਦੀ ਫਿਰ ਆਤਮਾ ਨੂੰ ਮੁਕਤੀ ਮਿਲ ਜਾਂਦੀ ਹੈ। ਪਹਿਲਾ ਹੈਗਾ ਵਾ ਹਿੰਸਾ, ਕਿ ਇਹਨਾਂ ਦੇ ਧਰਮ ਵਿੱਚ ਇਹ ਬਹੁਤ ਜ਼ਿਆਦਾ ਹੈਗਾ ਵਾ ਕਿ ਕਿਸੇ ਵੀ ਇਨਸਾਨ ਉੱਤੇ ਹਮਲਾ ਨਹੀਂ ਕਰਨਾ, ਹਿੰਸਾ ਨਹੀਂ ਕਰਨੀ, ਯਾਨੀ ਕਿ ਮਾਰ ਕੁਟਾਈ ਨਹੀਂ ਕਰਨੀ। ਸੈਕਿੰਡ ਹੈਗਾ ਝੂਠ, ਕਦੀ ਝੂਠ ਨਹੀਂ ਬੋਲਣਾ, ਚੋਰੀ ਨਹੀਂ ਕਰਨੀ। ਪ੍ਰਹਿਗ੍ਰਹਿ, ਕ੍ਰੋਧ, ਹੰਕਾਰ, ਮਾਇਆ, ਲਾਲਚ, ਰਾਗ, ਗੁੱਸਾ, ਜਾਣੀ ਕਿ ਕਦੀ ਦੁੱਖ ਹੀ ਨਹੀਂ ਹੋਣਾ। ਜੇਕਰ ਕੋਈ ਕਿਸੇ ਪਰਿਵਾਰ ਦੇ ਵਿੱਚ ਕਿਸੇ ਮੈਂਬਰ ਦੀ ਡੈਥ ਹੋ ਜਾਂਦੀ ਤਾਂ ਉਹਦੇ ਵਾਸਤੇ ਰਾਗ ਮਤਲਬ ਦੁੱਖ ਨਹੀਂ ਕਰਨਾ। ਗੁੱਸਾ, ਕਲੇਸ਼, ਦੁਸ਼ਟਪਨ, ਚੁਗਲੀਆਂ ਨਹੀਂ ਕਰਨੀਆਂ। ਅਸੰਜਮ ਵਿੱਚ ਰਤੀ ਅਤੇ ਸੰਜਮ ਵਿੱਚ ਅਰਤੀ, ਨਿੰਦਾ, ਧੋਖਾ ਤੇ ਚਲਾਕੀ ਔਰ ਮਿੱਥਿਆ ਦਰਸ਼ਨ। ਇਹ ਸਾਰੇ ਇਹਨਾਂ ਦੇ 18 ਪਾਪ ਆ, ਜਿਹੜੇ ਕਿ ਇਹਨਾਂ ਨੇ ਮਨਾ ਕੀਤਾ ਆਪਣੇ ਧਰਮ ਵਿੱਚ ਵੀ ਕੋਈ ਵੀ ਇਨਸਾਨ ਜਿਹੜਾ ਨਹੀਂ ਇਹ 18 ਕੰਮ ਜਿਹੜਾ ਪਾਪ ਨਹੀਂ ਕਰੂਗਾ ਤੇ ਉਹਨਾਂ ਨੂੰ ਮੁਕਤੀ ਮਿਲੂਗੀ। ਅੱਗੇ ਆ ਗਏ ਇਹਨਾਂ ਦੇ 5 ਮਹਾਵਰਤ। ਮਹਾਵੀਰ ਸਵਾਮੀ ਨੇ ਆਪਣੀ ਅੱਖਾਂ ਨਾਲ ਦੇਖਿਆ ਸੀ ਕਿ ਹਿੰਦੂ ਦਰਸ਼ਨ ਦੇ ਸਿਧਾਂਤ ਸਧਾਰਨ ਜਨਤਾ ਦੇ ਲਈ ਉਸੇ ਤਰ੍ਹਾਂ ਗ੍ਰਾਹ ਨਹੀਂ ਹਨ। ਜਿਸ ਤਰ੍ਹਾਂ ਕੁਝ ਚੁਣੇ ਹੋਏ ਧਰਮ ਵਿਸ਼ੇਸ਼ਾਂ ਦਾ ਧਰਮਮਤ ਵਿਅਕਤੀਆਂ ਨੂੰ ਹੈ। ਜਿੱਥੇ ਨਿਯਮ ਹਿੰਦੂ ਵਿਚਾਰਕਾਂ ਨੂੰ ਪੇਸ਼ ਕੀਤੇ ਹਨ, ਉੱਥੇ ਸਾਰੇ ਮਨੁੱਖਾਂ ਵੱਲੋਂ ਇਸਤੇਮਾਲ ਵਿੱਚ ਨਹੀਂ ਲਿਆਂਦੇ ਜਾ ਸਕੇ, ਕਿਉਂਕਿ ਹਿੰਦੂ ਧਰਮ ਦੇ ਜਿਹੜੇ ਸਿਧਾਂਤ ਹੈ ਨਾ, ਉਹ ਸਿਰਫ ਹਿੰਦੂ ਧਰਮ ਵਾਲੇ ਹੀ ਮੰਨਦੇ ਸੀ। ਜਿਹੜੇ ਦੂਸਰੀਆਂ ਛੋਟੀਆਂ ਕਾਸਟਾਂ ਸੀ ਉਹਨਾਂ ਵਾਸਤੇ ਉਹ ਸਿਧਾਂਤ ਨਹੀਂ ਸੀ ਹੈਗੇ। ਇਸ ਕਰਕੇ ਉਹਨਾਂ ਨੂੰ ਲੱਗਾ ਕਿ ਜਿਹੜੇ ਹਿੰਦੂਆਂ ਦੇ ਸਿਧਾਂਤ ਉਹ ਸਹੀ ਨਹੀਂ ਆ, ਕਿਉਂਕਿ ਸਾਰੇ ਨਹੀਂ ਉਹਨਾਂ ਨੂੰ ਫੋਲੋ ਕਰ ਸਕਦੇ। ਉਹਨਾਂ ਨੇ ਆਪਣੇ ਇੱਕ 5 ਮਹਾਵਰਤ ਦੱਸੇ, ਜਿਹਨੂੰ ਕਿ ਸਾਰੇ ਤਰ੍ਹਾਂ ਦੇ ਧਰਮ ਜਾਂ ਸਾਰੇ ਤਰ੍ਹਾਂ ਦੀਆਂ ਜਾਤਾਂ ਜਿਹੜੀਆਂ ਸੀ ਉਹ ਕਰ ਸਕਦੀਆਂ ਸੀ। ਸਾਰੇ ਤਪ ਨਹੀਂ ਕਰ ਸਕਦੇ ਅਤੇ ਨਾ ਹੀ ਸਾਰੇ ਯੱਗ ਕਰ ਸਕਦੇ ਨੇ। ਉਹਨਾਂ ਨੇ 2 ਤਰ੍ਹਾਂ ਦੇ ਧਰਮ ਦਾ ਉਪਦੇਸ਼ ਜ਼ਰੂਰੀ ਸਮਝਿਆ, ਸੰਨਿਆਸੀ ਦੇ ਲਈ ਅਤੇ ਗ੍ਰਸਥ ਜਾਂ ਸ਼ਵਾਰਕਾਂ ਦੇ ਲਈ। ਮਹਾਵੀਰ ਨੂੰ ਸਰਵ ਸਧਾਰਨ ਦੇ ਲਈ 5 ਨਿਯਮ ਦੱਸੇ, ਜਿਸ ਨੂੰ 5 ਮਹਾਵਰਤ ਕਹਿੰਦੇ ਹਨ। ਜੈਨ ਧਰਮ ਵਿੱਚ ਇਹਨਾਂ ਦੇ ਪਾਲਣ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ। ਇਸ ਨੂੰ 5 ਮਹਾਸ਼ੀਲ ਵੀ ਕਿਹਾ ਜਾਂਦਾ ਹੈ। ਇਸ ਦੀ ਮਹਾਨਤਾ ਇਸ ਗੱਲ ਨਾਲ ਪ੍ਰਗਟ ਹੁੰਦੀ ਹੈ ਕਿ ਇਹਨਾਂ ਦਾ ਵਰਣਨ ਉਪਨਿਸ਼ਦਾਂ ਵਿੱਚ ਵੀ ਕੀਤਾ ਗਿਆ ਹੈ, ਕਿਉਂਕਿ ਜਿਹੜੇ ਬ੍ਰਾਹਮਣਾਂ ਦੇ ਉਪਨਿਸ਼ਦ ਆ ਨਾ, ਉਹਨਾਂ ਦੇ ਵਿੱਚ ਵੀ ਇਹਨਾਂ ਦੀ ਵਰਤੋਂ ਕੀਤੀ ਗਈ ਆ, ਬਟ ਉਹਨਾਂ ਦੇ ਅਨੁਸਾਰ ਸਿਰਫ ਬ੍ਰਾਹਮਣ ਹੀ ਇਹਨਾਂ ਚੀਜ਼ਾਂ ਨੂੰ ਮੰਨਣ, ਬਾਕੀ ਕਾਸਟਾਂ ਨਹੀਂ। 5 ਵਰਤ ਅਹਿੰਸਾ, ਸੱਚ, ਝੂਠ, ਅਪਗ੍ਰਹਿ ਅਤੇ ਬ੍ਰਹਮਚਾਰੀ। ਇਹ 5 ਵਰਤ ਨੇ ਜਿਹੜੇ ਇਹਨਾਂ 5 ਵਰਤਾਂ ਵਿੱਚ ਅੱਗੇ ਚੱਲ ਕੇ ਰਾਤ ਦਾ ਭੋਜਨ ਨਾ ਕਰਨਾ ਵੀ ਸ਼ਾਮਿਲ ਕਰ ਦਿੱਤਾ ਗਿਆ ਹੈ, ਕਿ ਦਿਨੇ ਭੋਜਨ ਖਾਓ, ਰਾਤ ਨੂੰ ਨਾ ਖਾਓ। ਨੈਕਸਟ ਆ ਗਿਆ ਤਪੱਸਿਆ। ਮਹਾਵੀਰ ਨੇ ਸਖਤ ਤਪੱਸਿਆ ਤੇ ਜ਼ੋਰ ਦਿੱਤਾ। ਉਹਨਾਂ ਨੇ ਸਖਤ ਤਪ ਦੇ ਬਾਅਦ ਹੀ ਗਿਆਨ ਪ੍ਰਾਪਤ ਹੋਇਆ ਸੀ। ਭਿਕਸ਼ੂਆਂ ਦੇ ਲਈ ਵਰਤ, ਸਰੀਰ ਨੂੰ ਕਸ਼ਟ ਦੇਣਾ ਅਤੇ ਗੰਭੀਰ ਧਿਆਨ ਅਤੇ ਮਨਨ ਜ਼ਰੂਰੀ ਹੈ। ਜੈਨ ਸਾਧੂ ਤਪੱਸਿਆ ਨੂੰ ਇੰਦਰੀਆਂ ਨੂੰ ਵਸ ਵਿੱਚ ਕਰਨ ਦਾ ਪੂਰਨ ਸਾਧਨ ਮੰਨਦੇ ਹਨ। ਮੁੱਖ ਰੂਪ ਨਾਲ ਤਪੱਸਿਆ 2 ਤਰ੍ਹਾਂ ਦੀ ਹੁੰਦੀ ਹੈ। ਇੱਕ ਹੈ ਬ੍ਰਾਹਮ ਤਪੱਸਿਆ, ਜਿਸ ਵਿੱਚ ਭੁੱਖ ਹੜਤਾਲ, ਕਾਇਆ ਨੂੰ ਕਸ਼ਟ ਦੇਣਾ ਅਤੇ ਰਸਾਂ ਦਾ ਤਿਆਗ ਸ਼ਾਮਿਲ ਹੈ। ਦੂਸਰੀ ਤਰ੍ਹਾਂ ਦੀ ਤਪੱਸਿਆ ਹੈ ਤਪੱਸਿਆ ਵਿੱਚ ਮਾਨ ਦਾ ਪਛਤਾਵਾ ਕਰਨਾ। ਵਿਨੇ, ਸੇਵਾ, ਧਿਆਨ ਅਤੇ ਸਵਿਧਾਏ ਸ਼ਾਮਿਲ ਹਨ। ਬਸ ਇਹ ਇਹਨਾਂ ਦੀ ਤਪੱਸਿਆ ਦੇ ਸੀਗੇ ਪੁਆਇੰਟ।
ਜੇਕਰ ਕੁਐਸਚਨ ਇਸ ਤਰ੍ਹਾਂ ਆ ਜਾਂਦਾ ਕਿ ਜੈਨ ਧਰਮ ਦਾ ਪਤਨ ਦੱਸੋ, ਕਿਉਂਕਿ ਜੈਨ ਧਰਮ ਤੋਂ ਬਾਅਦ ਹੀ ਬੁੱਧ ਧਰਮ ਹੋਂਦ ਵਿੱਚ ਆਇਆ, ਤੇ ਜੈਨ ਧਰਮ ਦਾ ਪਤਨ ਕਿਵੇਂ ਹੋਇਆ। ਪੇਜ ਨੰਬਰ ਹੈਗਾ 221। ਇਹਦੇ ਆਪਾਂ ਪੁਆਇੰਟ ਹੀ ਇਕੱਲੇ ਪੜਾਂਗੇ। ਜਿੰਨੀ ਜਲਦੀ ਇਹ ਜਿਹੜਾ ਸੀਗਾ ਧਰਮ ਸੀਗਾ ਪ੍ਰਫੁੱਲਤ ਹੋਇਆ, ਉਨੀ ਜਲਦੀ ਇਹਦਾ ਪਤਨ ਵੀ ਜਲਦੀ ਹੋ ਗਿਆ ਭਾਰਤ ਵਿੱਚ। ਹੁਣ ਵੀ ਤੁਹਾਨੂੰ ਪਤਾ ਜੈਨ ਧਰਮ ਜ਼ਿਆਦਾ ਭਾਰਤ ਵਿੱਚ ਨਹੀਂ ਹੈਗਾ, ਬਹੁਤ ਘੱਟ ਲੋਕ ਹੈ ਜਿਹੜੇ ਜੈਨ ਧਰਮ ਨੂੰ ਮੰਨਦੇ ਆ। ਜੈਨ ਧਰਮ ਦਾ ਪ੍ਰਚਾਰ ਬੜੇ ਉਤਸ਼ਾਹ ਨਾਲ ਕੀਤਾ ਗਿਆ, ਪਰ ਮਲਾਂਤਰ ਵਿੱਚ ਇਸ ਦੀ ਪ੍ਰਗਤੀ ਵਿੱਚ ਵਿਰੋਧ ਪੈਦਾ ਹੋ ਗਿਆ। ਬਾਅਦ ਵਿੱਚ ਇਸ ਧਰਮ ਦੀ ਲੋਕਪ੍ਰਿਯਤਾ ਘਟਣ ਲੱਗੀ ਅਤੇ ਇਹ ਪਤਨ ਵੱਲ ਚਲਾ ਗਿਆ। ਇਹਦੇ ਪੁਆਇੰਟ ਗਿਆ ਰਾਜ ਧਰਮ ਤੇ ਪ੍ਰਤਿਸ਼ਠ ਨਾ ਹੋਣਾ, ਜਾਣੀ ਕਿ ਜਿਹੜਾ ਰਾਜਾ ਸੀ ਨਾ, ਉਹਨੇ ਜਦੋਂ ਉਸ ਸਮੇਂ ਦੇ ਜਿਹੜੇ ਰਾਜੇ ਸੀ ਉਹਨਾਂ ਇਹਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਸ ਟਾਈਮ ਤੇ ਇਹ ਰਿਵਾਜ ਸੀ, ਜੇ ਰਾਜਾ ਜਿਹੜੇ ਧਰਮ ਨੂੰ ਮੰਨਦਾ ਸੀ, ਪ੍ਰਜਾ ਵੀ ਉਸੇ ਧਰਮ ਨੂੰ ਮੰਨਣ ਲੱਗ ਜਾਂਦੀ ਸੀ। ਇਹ ਵੀ ਇੱਕ ਕਾਰਨ ਸੀ। ਦੂਸਰਾ ਹੈਗਾ ਵਾ ਜਾਤੀ ਪ੍ਰਥਾ ਦਾ ਪਤਨ, ਕਿ ਜਿਹੜੀਆਂ ਜਾਤੀਆਂ ਸ਼ੁਰੂ ਵਿੱਚ ਜੈਨੀਆਂ ਨੇ ਜਾਤੀ ਪ੍ਰਥਾ ਦਾ ਵਿਰੋਧ ਕੀਤਾ ਸੀ, ਪਰ ਬਾਅਦ ਵਿੱਚ ਧਰਮ ਵਿਵਸਥਾ ਦੇ ਅਧੀਨ ਵੀ ਜਾਤੀ ਪ੍ਰਥਾ ਦਾ ਪ੍ਰਵੇਸ਼ ਹੋ ਗਿਆ। ਇਸ ਕਾਰਨ ਇਸ ਦੀ ਨਵੀਨਤਾ ਜਾਂਦੀ ਰਹੀ ਤੇ ਲੋਕਾਂ ਵੀ ਵਿਸ਼ੇਸ਼ ਕਰਕੇ ਨੀਵੀਆਂ ਜਾਤੀਆਂ ਵਿੱਚ ਅਲੋਕਪ੍ਰਿਯ ਹੋ ਗਿਆ। ਜਾਨੀ ਕਿ ਪਹਿਲੋਂ ਤੇ ਜੈਨੀਆਂ ਨੇ ਇਹ ਕਿਹਾ ਕਿ ਸਾਰੇ ਜਾਤੀਆਂ ਜਿਹੜੀਆਂ ਬਰਾਬਰ ਨੇ, ਬਟ ਬਾਅਦ ਵਿੱਚ ਇਹਨਾਂ ਨੇ ਖੁਦ ਹੀ ਜਾਤੀਆਂ ਦੇ ਵਿੱਚ ਭੇਦਭਾਵ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਕਰਕੇ ਜਿਹੜੀਆਂ ਨੀਵੀਆਂ ਜਾਤੀਆਂ ਸੀ ਉਹ ਇਹਨਾਂ ਦੇ ਵਿੱਚ ਵਿਸ਼ਵਾਸ ਨਹੀਂ ਸੀ ਹੁਣ ਕਰਦੀਆਂ, ਨਾ ਹੀ ਇਹਨੂੰ ਲੋਕਪ੍ਰਿਯ ਮੰਨਦੀਆਂ ਸੀ। ਪ੍ਰਚਾਰਕਾਂ ਦਾ ਅਹਿਸਾਸ ਸਮੇਂ ਦੇ ਨਾਲ ਜਿਹੜੇ ਜੈਨ ਧਰਮ ਦੇ ਪ੍ਰਚਾਰਕ ਸੀ, ਜਿਨ੍ਹਾਂ ਨੇ ਇਸ ਧਰਮ ਦਾ ਪ੍ਰਚਾਰ ਕਰਨਾ ਸੀ, ਉਹ ਜਿਹੜੇ ਸੀ ਉਹ ਘਟ ਗਏ, ਉਹਨਾਂ ਵਿੱਚ ਕਮੀ ਆ ਗਈ, ਕਿਉਂਕਿ ਲੋਕ ਇਸ ਧਰਮ ਨੂੰ ਛੱਡ ਕੇ ਦੂਸਰੇ ਧਰਮਾਂ ਵੱਲ, ਜਿਸ ਤਰ੍ਹਾਂ ਵੈਸ਼ਨੂ ਜਾਂ ਸ਼ਿਵ ਜਾਂ ਬੁੱਧ ਧਰਮ ਵੱਲ ਜਾਣ ਲੱਗ ਪਏ। ਤੇ ਇਹ ਵੀ ਇੱਕ ਇਹਦਾ ਕਾਰਨ ਸੀ, ਕਿਉਂਕਿ ਜਿੰਨਾ ਵੀ ਕਿਸੇ ਧਰਮ ਦਾ ਪ੍ਰਚਾਰ ਹੁੰਦਾ ਹੈ, ਉਨਾ ਹੀ ਉਹ ਧਰਮ ਜਿਹੜਾ ਪ੍ਰਫੁੱਲਤ ਹੁੰਦਾ ਹੈ। ਨੈਕਸਟ ਆ ਗਿਆ ਹੋਰ ਧਰਮਾਂ ਦੀ ਪ੍ਰਤੀਦਨਤਾ। ਇਸ ਤੋਂ ਇਲਾਵਾ ਹੋਰ ਵੀ ਕਈ ਧਰਮ ਹੋਂਦ ਵਿੱਚ ਆਏ, ਜਿਹਦੇ ਕਰਕੇ ਇਹ ਜਿਹੜਾ ਧਰਮ ਸੀਗਾ ਇਹ ਜਾਂਦਾ ਰਿਹਾ, ਇਹਦਾ ਪਤਨ ਹੋ ਗਿਆ। ਅੰਦਰਲੇ ਮਤਭੇਦ, ਸ਼ੁਰੂ ਵਿੱਚ ਜੈਨ ਧਰਮ ਇੱਕ ਸ਼ਕਤ ਅੰਦੋਲਨ ਸੀ, ਪਰ ਕਾਲਾਂਤਰ ਵਿੱਚ ਇਸ ਦੇ ਅੰਦਰਲੇ ਮਤਭੇਦ ਸ਼ੁਰੂ ਹੋ ਗਏ। ਜੈਨ ਧਰਮ ਜਿਹੜਾ ਸੀ ਇਹਦੇ ਪਤਨ ਦਾ ਇੱਕ ਇਹ ਵੀ ਕਾਰਨ ਸੀ, ਇਹ ਦੋ ਭਾਗਾਂ ਵਿੱਚ ਵੰਡਿਆ। ਇਹਦੇ ਦੋ ਜਿਹੜੀਆਂ ਸੀ ਸੰਪਰਦਾਇ ਬਣ ਗਿਆ, ਸ਼ਤੰਬਰ ਤੇ ਦਿਗੰਬਰ। ਇਹ ਮਤਭੇਦ ਅਤੇ ਵੰਡ ਜੈਨ ਧਰਮ ਦੇ ਲਈ ਬੜਾ ਘਾਤਕ ਸਾਬਤ ਹੋਇਆ। ਮਤਭੇਦ ਦੀ ਹਾਲਤ ਵਿੱਚ ਸਹਿਯੋਗ ਦੇ ਨਾਲ ਕੋਈ ਕੰਮ ਕਰਨਾ ਅਸੰਭਵ ਹੋ ਜਾਂਦਾ ਸੀ। ਜਨ ਸੰਪਰਕ ਵਿੱਚ ਕਮੀ, ਲੋਕਾਂ ਨਾਲ ਇਹਨਾਂ ਦਾ ਸੰਪਰਕ ਜਿਹੜਾ ਉਹ ਘਟ ਗਿਆ, ਇਹਨਾਂ ਦਾ ਸੰਪਰਕ ਜਿਹੜਾ ਟੁੱਟ ਗਿਆ। ਉਹ ਕਾਹਦੇ ਕਰਕੇ ਟੁੱਟਾ ਸੀ, ਕਿਉਂਕਿ ਜਿਹੜੇ ਪ੍ਰਚਾਰਕ ਸੀ ਉਹ ਨਹੀਂ ਹੈਗੇ ਪ੍ਰਚਾਰ ਕਰਨ ਵਾਲੇ। ਜੈਨ ਧਰਮ ਦੇ ਪ੍ਰਚਾਰਕ ਧਰਮ ਪ੍ਰਚਾਰ ਵਿੱਚ ਭਾਰੀ ਉਤਸ਼ਾਹ ਦੇ ਨਾਲ ਲੱਗੇ ਰਹਿੰਦੇ ਸਨ। ਉਹ ਕਠੋਰ ਵਾਤਾਵਰਣ ਕਰਕੇ ਵਰਤ ਧਾਰਨ ਕਰਕੇ, ਇੱਛਾਵਾਂ ਦਾ ਦਮਨ ਕਰਕੇ, ਸਰੀਰ ਨੂੰ ਤਪੱਸਿਆ ਨਾਲ ਸ਼ੁੱਧ ਕਰਕੇ, ਇੰਦਰੀਆਂ ਨੂੰ ਜਿੱਤ ਕੇ ਯਤਨ ਕਰਦੇ ਰਹਿੰਦੇ ਸਨ। ਉਹਨਾਂ ਦੀ ਆਤਮਾ ਦੀ ਸ਼ੁੱਧੀ ਦੇ ਉਹ ਯਤਨ ਜਨਤਾ ਤੇ ਗਹਿਰਾ ਪ੍ਰਭਾਵ ਪਾਉਂਦੇ ਸਨ। ਸੰਘ ਵਿੱਚ ਜਨਤਾ ਦੇ ਨਾਲ ਸੰਪਰਕ ਵਧਾਉਣ ਦੇ ਮਹੱਤਵਪੂਰਨ ਸਾਧਨ ਸਨ। ਹੁਣ ਪ੍ਰਚਾਰਕਾਂ ਵਿੱਚ ਉਤਸ਼ਾਹ ਦਾ ਸਰੋਤ ਵਹਿਣਾ ਬੰਦ ਹੋ ਗਿਆ, ਜਾਣੀ ਕਿ ਉਹਨਾਂ ਇਹ ਕੰਮ ਕਰਨੇ ਛੱਡ ਦਿੱਤੇ। ਸੰਘਾਂ ਦੀ ਮੈਂਬਰਸ਼ਿਪ ਵਿੱਚ ਵੀ ਕਮੀ ਆਉਣ ਲੱਗੀ ਸੀ। ਅਸਤੂ ਧਰਮ ਪ੍ਰਚਾਰਕਾਂ ਦਾ ਸਧਾਰਨ ਜਨਤਾ ਦੇ ਨਾਲ ਗਹਿਰਾ ਸੰਬੰਧ ਨਾ ਰਿਹਾ ਅਤੇ ਜਨਤਾ ਵਿੱਚ ਜੈਨ ਧਰਮ ਦੇ ਪ੍ਰਤੀ ਕੋਈ ਖਿੱਚ ਜਾਂ ਰੁਚੀ ਨਹੀਂ ਰਹੀ। ਤਪੱਸਿਆ ਦੀ ਕਠੋਰਤਾ, ਜੈਨ ਧਰਮ ਤਪੱਸਿਆ ਤੇ ਬੜਾ ਜ਼ੋਰ ਦਿੰਦਾ ਸੀ। ਇਸ ਧਰਮ ਵਿੱਚ ਨੰਗੇ ਰਹਿਣਾ, ਲੰਬੇ ਸਮੇਂ ਤੱਕ ਭੋਜਨ ਨਾ ਕਰਨਾ, ਜਾਣੀ ਕਿ ਉਹਨਾਂ ਦਾ ਕਹਿਣ ਦਾ ਭਾਵ ਕਿ ਲੋਕ ਜਿਹੜੇ ਸੀ ਉਸ ਤਪੱਸਿਆ ਤੋਂ ਡਰਨ ਲੱਗ ਗਏ। ਉਹ ਨਹੀਂ ਸੀ ਆਪਣੇ ਸਰੀਰ ਨੂੰ ਕਸ਼ਟ ਦੇਣਾ ਚਾਹੁੰਦੇ, ਔਰ ਜਿਹੜੇ ਉਹਨੂੰ ਮੋਟੀਵੇਟ ਕਰਨ ਵਾਲੇ ਵੀ ਹੁੰਦੇ ਸੀ, ਜਿਨ੍ਹਾਂ ਨੇ ਪਹਿਲੋਂ ਇਹ ਤਪੱਸਿਆ ਕੀਤੀ ਹੁੰਦੀ ਸੀ, ਉਹ ਵੀ ਘਟ ਗਏ, ਉਹਨਾਂ ਵਿੱਚ ਕਮੀ ਆ ਗਈ, ਜਿਹਦੇ ਕਰਕੇ ਲੋਕ ਜਿਹੜੇ ਸੀ ਇਹਦੇ ਤੋਂ ਡਰਨ ਲੱਗ ਗਏ, ਤਪੱਸਿਆ ਤੋਂ। ਭਾਸ਼ਾ ਦੀ ਦੁਰਵਰਤੋਂ, ਸ਼ੁਰੂ ਵਿੱਚ ਜੈਨ ਧਰਮ ਦਾ ਪ੍ਰਚਾਰ ਸਧਾਰਨ ਭਾਸ਼ਾ ਵਿੱਚ ਹੁੰਦਾ ਸੀ, ਪਰ ਬਾਅਦ ਵਿੱਚ ਜੈਨ ਸਾਹਿਤ ਦਾ ਸੰਸਕ੍ਰਿਤ ਸੰਸਕਾਰ ਭਾਸ਼ਾ ਵਿੱਚ ਹੋਣ ਲੱਗਾ। ਫਲਸਰੂਪ ਜਨਤਾ ਨਾਲ ਇਸ ਧਰਮ ਦਾ ਪ੍ਰਤੱਖ ਸੰਬੰਧ ਨਹੀਂ ਰਿਹਾ। ਸਧਾਰਨ ਜਨਤਾ ਜੈਨ ਧਰਮ ਤੋਂ ਅਣਜਾਣ ਰਹਿ ਲੱਗੀ। ਬ੍ਰਾਹਮਣ ਧਰਮ ਵਿੱਚ ਸੰਲਗਣੇ, ਬਾਅਦ ਵਿੱਚ ਕੀ ਆ, ਬ੍ਰਾਹਮਣ ਧਰਮ ਦਾ ਬੋਲਬਾਲਾ ਹੋਣ ਲੱਗਾ। ਹੌਲੀ ਹੌਲੀ ਲੋਕ ਬ੍ਰਾਹਮਣ ਧਰਮ ਵੱਲ ਜਾਣ ਲੱਗ ਗਏ, ਸ਼ੈਵ ਧਰਮ ਜਾਂ ਵੈਸ਼ਨੂ ਧਰਮ ਨੂੰ ਮੰਨਣ ਲੱਗ ਗਏ, ਜਿਹਦੇ ਕਰਕੇ ਇਹ ਧਰਮ ਜਿਹੜਾ ਪਤਨ ਵਿੱਚ ਚਲਾ ਗਿਆ, ਜਾਣੀ ਕਿ ਇਹਦਾ ਖਾਤਮਾ ਹੋ ਗਿਆ। ਨੈਕਸਟ ਹੈਗਾ ਪੇਜ ਨੰਬਰ 224, ਮਹਾਤਮਾ ਬੁੱਧ ਧਰਮ। ਹੁਣ ਆਪਾਂ ਮਹਾਤਮਾ ਬੁੱਧ ਦੇ ਜੀਵਨ ਬਾਰੇ ਵੀ ਪੜਾਂਗੇ ਥੋੜਾ ਜਿਹਾ, ਉਸ ਤੋਂ ਬਾਅਦ ਇਹਨਾਂ ਦੇ ਸਿਧਾਂਤ ਪੜਾਂਗੇ। 10 ਮਾਰਕਸ ਦਾ ਕੁਐਸਚਨ ਹੈ, ਵੈਰੀ ਵੈਰੀ ਇੰਪੋਰਟੈਂਟ। ਪੇਜ ਨੰਬਰ 224, ਮਹਾਤਮਾ ਬੁੱਧ ਦੀ ਜੀਵਨੀ। ਧਰਮ ਦੇ ਖੇਤਰ ਵਿੱਚ ਈਸਵੀ 6ਵੀਂ ਸਦੀ ਵਿੱਚ ਬੁੱਧ ਧਰਮ ਦਾ ਅਦਯੁੱਧ ਇੱਕ ਕ੍ਰਾਂਤੀ ਸੀ। ਇਹ ਵੈਦਿਕ ਕਰਮਕਾਂਡ ਦੇ ਵਿਰੁੱਧ ਪ੍ਰਤੀਕਿਰਿਆ ਤੇ ਉਪਨਿਸ਼ਦਾਂ ਨਾਲ ਸ਼ੁਰੂ ਕੀਤੇ ਅੰਦੋਲਨ ਦਾ ਤਾਰਕਿਕ ਪ੍ਰਤੀਫਲ ਸੀ।
ਬੁੱਧ ਧਰਮ ਦੇ ਪ੍ਰਵਰਤਕ ਗੌਤਮ ਬੁੱਧ ਸਨ, ਜਾਣੀ ਕਿ ਜੈਨ ਧਰਮ ਦਾ ਮਹਾਵੀਰ ਸਵਾਮੀ ਸੀ, ਔਰ ਜਿਹੜਾ ਬੁੱਧ ਧਰਮ ਸੀ ਉਹਦਾ ਹੈਗਾ ਸੀ ਗੌਤਮ ਬੁੱਧ, ਜੋ ਮਹਾਵੀਰ ਦੇ ਸਮਕਾਲੀਨ ਸਨ। ਇਹ ਜਾਤੀ ਦੇ ਖੱਤਰੀ ਸਨ। ਇਹਨਾਂ ਦਾ ਆਰੰਭਿਕ ਨਾਮ ਗੌਤਮ ਜਾਂ ਸਿਧਾਰਥ ਸੀ। ਇਹਨਾਂ ਦਾ ਜਨਮ ਇੱਕ ਰਾਜਕੁਲ ਵਿੱਚ ਹੋਇਆ, ਜਾਣੀ ਕਿ ਅਮੀਰ ਘਰ ਵਿੱਚ ਹੋਇਆ। ਸਾਕਿਆਵੰਸ਼ੀ ਖੱਤਰੀਆਂ ਦਾ ਇੱਕ ਅਤੀ ਪ੍ਰਸਿੱਧ ਗਣਰਾਜ ਹਿਮਾਲਿਆ ਦੀ ਤਰਾਹੀ ਵਿੱਚ ਨੇਪਾਲ ਰਾਜ ਦੀ ਹੱਦ ਵਿੱਚ ਸਥਿਤ ਸੀ। 6ਵੀਂ ਸਦੀ ਈਸਾ ਪੂਰਵ ਵਿੱਚ ਇਸ ਜਨਪਦ ਦੇ ਸ਼ਾਸਕ ਮਹਾਰਾਜ ਸ਼ੁਧੋਦਨ ਸਨ। ਬੁੱਧ ਦਾ ਜਨਮ 563 ਈਸਵੀ ਪੂਰਵ ਦੇ ਲਗਭਗ ਕਪਿਲਵਸਤੂ ਦੇ ਨੇੜੇ ਲੁੰਬਣੀ ਨਾਮ ਦੇ ਇੱਕ ਉਦਾਨ ਵਿੱਚ ਹੋਇਆ। ਉਹਨਾਂ ਦੇ ਜਨਮ ਦੀਆਂ ਕੁਝ ਦਿਨਾਂ ਬਾਅਦ ਹੀ ਉਹਨਾਂ ਦੀ ਮਾਤਾ ਦੀ ਮੌਤ ਹੋ ਗਈ। ਇਸ ਲਈ ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦੀ ਸੁਤੇਲੀ ਮਾਤਾ ਪ੍ਰਜਾਪਤੀ ਗੋਮਤੀ ਨੇ ਕੀਤਾ। ਗੋਮਤੀ ਉਹਨਾਂ ਦੇ ਗੋਤਰ ਦਾ ਨਾਮ ਸੀ ਅਤੇ ਜਦੋਂ ਉਹਨਾਂ ਨੂੰ ਬੋਧ ਹੋਇਆ ਅਤੇ ਉਦੋਂ ਤੋਂ ਹੀ ਬੁੱਧ ਕਹਾਏ। ਸ਼ੁਰੂ ਵਿੱਚ ਕਹਿੰਦੇ ਸਿਧਾਰਥ ਬਚਪਨ ਤੋਂ ਹੀ ਚਿੰਤਨ ਮਗਨ, ਸ਼ਾਂਤ ਅਤੇ ਗੰਭੀਰ ਰਹਿੰਦੇ ਸਨ। ਰਾਜਪਾਟ, ਧਨ ਦੌਲਤ ਅਤੇ ਇਸਤਰੀ ਪੁੱਤਰ ਜਾਂ ਪਰਿਵਾਰ ਵਿੱਚ ਕੋਈ ਵੀ ਉਹਨਾਂ ਦਾ ਇੰਟਰਸਟ ਨਹੀਂ ਸੀ ਹੈਗਾ, ਰੁਚੀ ਨਹੀਂ ਸੀ ਹੈਗੀ। ਸਿਰਫ ਉਹ ਜੀਵਨ ਦੀ ਗੂੜ ਸਮੱਸਿਆਵਾਂ ਤੇ ਵਿਚਾਰ ਕਰਦੇ ਸਨ। ਉਹਨਾਂ ਦੇ ਪਿਤਾ ਨੇ ਉਹਨਾਂ ਦੇ ਇਕਾਂਤ ਪ੍ਰੇਮੀ ਅਤੇ ਚਿੰਤਨਸ਼ੀਲ ਪ੍ਰਵਿਰਤੀ ਨੂੰ ਦੇਖ ਕੇ ਉਹਨਾਂ ਨੂੰ ਜਲਦੀ ਹੀ ਗ੍ਰਸਤੀ ਜੀਵਨ ਵਿੱਚ ਫਸਾ ਦੇਣਾ ਚਾਹਿਆ, ਜਿਸ ਨਾਲ ਸੰਸਾਰ ਵਿੱਚ ਉਹਨਾਂ ਦਾ ਮਨ ਰਚ ਜਾਵੇ। ਜਨਮ ਦੇ ਸਮੇਂ ਜੋਸ਼ੀਆਂ ਨੇ ਭਵਿੱਖਬਾਣੀ ਕੀਤੀ ਸੀ ਕਿ ਇਹ ਬੱਚਾ ਤਾਂ ਚੱਕਰਵਰਤੀ ਸਮਰਾਟ ਬਣੇਗਾ ਜਾਂ ਗ੍ਰਸਤੀ ਨੂੰ ਤਿਆਗ ਕੇ ਸੰਨਿਆਸੀ ਬਣੇਗਾ। ਇਸ ਕਾਰਨ ਉਹਨਾਂ ਦੇ ਪਿਤਾ ਹੋਰ ਵੀ ਚਿੰਤਤ ਸਨ। ਉਹਨਾਂ ਨੇ ਜਲਦੀ ਹੀ ਸਿਧਾਰਥ ਦਾ ਵਿਆਹ ਯਸ਼ੋਧਰਾ ਨਾਮ ਦੀ ਇੱਕ ਪਰਮ ਸੁੰਦਰੀ ਨਾਲ ਕਰ ਦਿੱਤਾ ਅਤੇ ਕੁਝ ਸਮੇਂ ਬਾਅਦ ਇੱਕ ਪੁੱਤਰ ਦਾ ਜਨਮ ਹੋਇਆ। ਜਾਣੀ ਕਿ ਇਹਨਾਂ ਨੇ ਕੀ ਸੋਚਿਆ, ਇਹਨਾਂ ਦਾ ਮਨ ਜਿਹੜਾ ਘਰ ਦੇ ਕੰਮਾਂ ਵਿੱਚ ਨਹੀਂ ਸੀ ਲੱਗਦਾ। ਇਹਨਾਂ ਨੇ ਹਮੇਸ਼ਾ ਹੀ ਸ਼ਾਂਤ ਤੇ ਗੰਭੀਰ ਸੁਭਾਅ ਦੇ ਸੀ, ਪਰ ਇਹਨਾਂ ਦੇ ਪਿਤਾ ਨੇ ਸੋਚਿਆ ਇਹਦਾ ਵਿਆਹ ਕਰ ਦਿੱਤਾ ਜਾਊਗਾ ਤੇ ਸ਼ਾਇਦ ਇਹ ਘਰ ਵਿੱਚ ਇਹਨਾਂ ਦਾ ਮਨ ਲੱਗ ਜੂ, ਬਟ ਇਸ ਤਰ੍ਹਾਂ ਨਹੀਂ ਹੋਇਆ। ਬੁੱਧ ਧਰਮ ਦੀਆਂ ਸਿੱਖਿਆਵਾਂ ਅਤੇ ਉਪਦੇਸ਼, ਪੇਜ ਨੰਬਰ 227 ਤੇ ਹੈਗੀਆਂ ਹੈ। ਸਭ ਤੋਂ ਪਹਿਲੇ ਇਹਨਾਂ ਦਾ ਹੈਗਾ ਚਤੁਆਰੀ ਆਰਿਆ ਸਤਿਆਨੀ। ਗੌਤਮ ਬੁੱਧ ਨੇ 4 ਆਰਿਆ ਸੱਚਾਂ ਦਾ ਨਿਰੂਪਣ ਇਸ ਤਰ੍ਹਾਂ ਕੀਤਾ: ਦੁੱਖ ਸਮੁਦਾਇ, ਦੁੱਖ ਨਿਰੋਧ, ਆਸ਼ਟੰਗਿਕ ਮਾਰਗ। ਵੈਸੇ ਮੈਂ ਓਵਰਵਿਊ ਚ ਤੁਹਾਨੂੰ ਦੱਸਦਾ ਕਿ ਇਹਨਾਂ ਦਾ ਮੇਨ ਮੋਟੋ ਹੀ ਲੋਕਾਂ ਨੂੰ ਉਪਦੇਸ਼ ਦਿੰਦਾ ਕਿ ਜੇਕਰ ਤੁਸੀਂ ਆਪਣੇ ਪਰਿਵਾਰ ਵਿੱਚ ਫਸਦੇ ਹੋ ਜਾਂ ਆਪਣੇ ਬੰਧਨ ਵਿੱਚ, ਕਿਸੇ ਵੀ ਸਮਾਜਿਕ ਵਿੱਚ ਦੇ ਬੰਧਨ ਵਿੱਚ ਫਸ ਜਾਂਦੇ ਹੋ ਤਾਂ ਤੁਹਾਨੂੰ ਦੁੱਖ ਆਉਣਾ ਹੀ ਆਉਣਾ ਹੈ, ਕਿਉਂਕਿ ਦੁੱਖ ਜਿਹੜਾ ਉਹ ਪਰਿਵਾਰਿਕ ਜੀਵਨ ਵਿੱਚ ਹੁੰਦਾ ਹੀ ਹੁੰਦਾ ਵਾ। ਦੁਨੀਆ ਦੇ ਵਿੱਚ ਦੁੱਖ ਹੈਗਾ ਵਾ, ਸੁੱਖ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਇਸ ਚੀਜ਼ ਤੇ ਜ਼ੋਰ ਦਿੱਤਾ। ਇਸੇ ਕਰਕੇ ਇਹਨਾਂ ਨੇ ਲੋਕਾਂ ਨੂੰ ਇਹ ਉਪਦੇਸ਼ ਦਿੱਤਾ ਕਿ ਜੇਕਰ ਤੁਸੀਂ ਪਰਮਾਤਮਾ ਨੂੰ ਪਾਉਣਾ ਹੈ ਜਾਂ ਤੁਸੀਂ ਸ਼ਾਂਤ ਮਨ ਨਾਲ ਰਹਿਣਾ ਵਾ ਤੇ ਹਰ ਇੱਕ ਚੀਜ਼ ਦਾ ਜਿਹੜਾ ਤਿਆਗ ਕਰ ਦਿਓ, ਆਪਣੇ ਪਰਿਵਾਰ ਦਾ, ਆਪਣੇ ਘਰ ਦੇ ਮੈਂਬਰਾਂ ਦਾ, ਗ੍ਰਸਤੀ ਜੀਵਨ ਦਾ। ਬੁੱਧ ਦਾ ਕਹਿਣਾ ਸੀ ਕਿ ਸੰਸਾਰ ਦਾ ਆਗਾਰ ਹੈ, ਸੰਸਾਰ ਵਿੱਚ ਦੁੱਖ ਹੀ ਦੁੱਖ ਹਨ, ਸਰਵ ਦੁੱਖ ਦੁੱਖਮ। ਸੰਸਾਰ ਵਿੱਚ ਆ ਕੇ ਹਰੇਕ ਵਿਅਕਤੀ ਨੂੰ ਦੁੱਖ ਭੋਗਣਾ ਪੈਂਦਾ ਹੈ। ਬੁੱਧ ਨੇ ਕਿਹਾ ਜਨਮ ਵੀ ਦੁੱਖ ਹੈ, ਬੁਢਾਪਾ ਵੀ ਦੁੱਖ ਹੈ ਤੇ ਮਰਨ ਸ਼ੋਕਰੁਦਨ, ਮਨ ਵਿੱਚ ਖਿਝ ਹੈਰਾਨੀ ਦੁੱਖ ਹੈ। ਆ ਪ੍ਰਿਯ ਨਾਲ ਸੰਜੋਗ, ਪ੍ਰਿਯ ਨਾਲ ਵਿਛੋੜਾ ਵੀ ਦੁੱਖ ਹੈ। ਇੱਛਾ ਕਰਕੇ, ਕਿਉਂਕਿ ਜਦੋਂ ਅਸੀਂ ਕੋਈ ਚੀਜ਼ ਸਾਨੂੰ ਮਿਲਦੀ ਆ ਤਾਂ ਵੀ ਅਸੀਂ ਦੁਖੀ ਹੁੰਦੇ ਹਾਂ, ਜੇਕਰ ਉਹ ਨਹੀਂ ਮਿਲਦੀ ਤਾਂ ਉਹਦੇ ਵਿਛੋੜੇ ਵਿੱਚ ਦੁਖੀ ਹੁੰਦੇ ਆ। ਇੱਛਾ ਕਰਕੇ ਨਹੀਂ ਪ੍ਰਾਪਤ ਕਰਨਾ ਉਹ ਵੀ ਦੁੱਖ ਹੈ। ਜੇਕਰ ਸਾਨੂੰ ਕਿਸੇ ਚੀਜ਼ ਦੀ ਇੱਛਾ ਪੈਦਾ ਹੁੰਦੀ ਤਾਂ ਸਾਨੂੰ ਮਿਲੇ ਨਾ, ਉਹ ਵੀ ਇੱਕ ਦੁੱਖ ਆ। ਇਸ ਨਾਸ਼ਵਰ ਸੰਸਾਰ ਵਿੱਚ ਜਿਸ ਦਾ ਜਨਮ ਹੁੰਦਾ ਉਸਦੀ ਮੌਤ ਵੀ ਨਿਸ਼ਚਿਤ ਹੈ। ਇਸ ਸੰਸਾਰ ਵਿੱਚ ਆ ਕੇ ਦੁੱਖਾਂ ਤੋਂ ਪਰੇ ਨਹੀਂ ਹੋ ਸਕਦੀ। ਇੱਕ ਨਾ ਇੱਕ ਦਿਨ ਦੁੱਖ ਮਨੁੱਖ ਨੂੰ ਭੋਗਣਾ ਹੀ ਪੈਂਦਾ ਹੈ। ਨੈਕਸਟ ਆ ਜਾਓ ਤੁਸੀਂ, ਦੂਸਰਾ ਇਹਦਾ ਅਨਿਸ਼ਚਰਵਾਦ, ਪੇਜ ਨੰਬਰ 228 ਤੇ ਅਨਿਸ਼ਚਰਵਾਦ। ਬੁੱਧ ਮੁੱਖ ਤੌਰ ਤੇ ਅਨਿਸ਼ਚਰਵਾਦੀ ਸਨ। ਈਸ਼ਵਰ ਦੀ ਹੋਂਦ ਵਿੱਚ ਉਹਨਾਂ ਦੀ ਸੱਤਾ ਵਿੱਚ ਉਹਨਾਂ ਦਾ ਵਿਸ਼ਵਾਸ ਨਹੀਂ ਸੀ, ਜਦਕਿ ਇਹਨਾਂ ਨੇ ਵੀ, ਬੁੱਧ ਧਰਮ ਨੇ ਵੀ ਈਸ਼ਵਰ ਨੂੰ ਨਹੀਂ ਮੰਨਿਆ। ਇਹਨਾਂ ਦੇ ਅਨੁਸਾਰ ਈਸ਼ਵਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਆਪਣੇ ਉਦੇਸ਼ਾਂ ਵਿੱਚ ਸਿਰਫ ਕਿਹਾ ਕਰਦੇ ਸਨ ਕਿ ਇਸ ਸ੍ਰਿਸ਼ਟੀ ਦੀ ਰਚਨਾ ਈਸ਼ਵਰ ਵਰਗੀ ਕਿਸੇ ਸ਼ਕਤੀ ਨਾਲ ਨਹੀਂ ਕੀਤੀ ਗਈ ਹੈ, ਨਾ ਹੀ ਈਸ਼ਵਰ ਨਾਮ ਦੀ ਕੋਈ ਵਸਤੂ ਇਸ ਦੁਨੀਆ ਵਿੱਚ ਹੈ। ਸੰਸਾਰ ਦੀ ਉਤਪਤੀ ਪ੍ਰਤੀਏ ਸਮਿਤੇ ਪਾਦ ਦੇ ਨਿਯਮ ਦੇ ਅਨੁਸਾਰ ਹੋਈ ਹੈ। ਇਸ ਨਿਯਮ ਦਾ ਆਧਾਰ ਕੋਈ ਕੰਮ ਅਤੇ ਕਾਰਨ ਦੀ ਸ਼੍ਰੰਖਲਾ ਮਾਤਰ ਹੈ। ਨੈਕਸਟ ਆ ਜਾਓ ਅਨਾਤਮਵਾਦ। ਹੁਣ ਜੈਨ ਧਰਮ ਤੇ ਬੁੱਧ ਧਰਮ ਵਿੱਚ ਇੱਕ ਫਰਕ ਆ। ਜੈਨੀਆਂ ਨੇ ਕਿਹਾ ਸੀ ਕਿ ਆਤਮਾ ਹੁੰਦੀ ਆ, ਇਹਨਾਂ ਨੇ ਇਹ ਆਤਮਵਾਦੀਆਂ ਦਾ ਵਿਸ਼ਵਾਸ, ਇਹਦੇ ਵਿੱਚ ਵਿਸ਼ਵਾਸ ਨਹੀਂ ਸੀ ਕਰਦੇ, ਯਾਨੀ ਕਿ ਇਹਨਾਂ ਦਾ ਵਿਸ਼ਵਾਸ ਨਹੀਂ ਸੀ।
ਅਨਾਤਮਵਾਦ ਉਪਨਿਸ਼ਦਾਂ ਦੇ ਚਿੰਤਨ ਦਾ ਮੁੱਖ ਆਧਾਰ ਸੀ। ਬੁੱਧ ਦੇ ਸਮੇਂ ਵਿੱਚ ਇਸ ਸਿਧਾਂਤ ਦਾ ਵਿਆਪਕ ਪ੍ਰਚਾਰ ਸੀ। ਆਤਮਵਾਦੀਆਂ ਦਾ ਵਿਸ਼ਵਾਸ ਸੀ ਕਿ ਹਰ ਪ੍ਰਾਣੀ ਵਿੱਚ ਆਤਮਾ ਨਾਂ ਦਾ ਇੱਕ ਅਜਰ ਅਮਰ ਤੱਤ ਹੈ ਜੋ ਸਰੀਰ ਦੇ ਨਾਸ਼ ਤੇ ਵੀ ਨਸ਼ਟ ਨਹੀਂ ਹੁੰਦਾ। ਬੁੱਧ ਨੇ ਇਸ ਸਿਧਾਂਤ ਨੂੰ ਸਵੀਕਾਰ ਨਹੀਂ ਕੀਤਾ ਕਿਉਂਕਿ ਇਹ ਜੈਨੀਆਂ ਨੇ ਕਿਹਾ ਸੀ ਕਿ ਜਿਹੜੇ ਇਨਸਾਨ ਨੇ ਉਹਨਾਂ ਦੇ ਅੰਦਰ ਆਤਮਾ ਹੁੰਦੀ ਆ। ਬੁੱਧ ਧਰਮ ਨੇ ਇਸ ਚੀਜ਼ ਦੀ ਨਹੀਂ ਵਿਸ਼ਵਾਸ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਸੰਸਾਰ ਆਤਮਾ ਤੋਂ ਜ਼ੀਰੋ ਹੈ। ਮਨੁੱਖ ਵਿੱਚ ਕੋਈ ਅਜਿਹਾ ਤੱਤ ਨਹੀਂ ਹੈ ਜੋ ਅਵਿਨਾਸ਼ੀ ਹੋਵੇ। ਜਿਸ ਵਸਤੂਆਂ ਦੇ ਯੋਗ ਨਾਲ ਮਨੁੱਖ ਬਣਦਾ ਹੈ ਉਹ ਨਾਸ਼ਵਾਨ ਹਨ। ਉਹ ਕਿਹਾ ਕਰਦੇ ਸਨ ਕਿ ਜਿਸ ਤਰ੍ਹਾਂ ਪਹੀਆ ਧੁਰੀ ਆਪਣੇ ਵੱਖ-ਵੱਖ ਪੁਰਜਿਆਂ ਨੂੰ ਛੱਡ ਕੇ ਕਾਰੀਗਰ ਗੱਡੀ ਬਣਾਉਂਦਾ ਹੈ, ਉਸੇ ਤਰ੍ਹਾਂ ਸਾਡੇ ਸਰੀਰ ਦੀ ਰਚਨਾ ਵੀ ਵੱਖ-ਵੱਖ ਅੰਗਾਂ ਦੇ ਸੰਯੋਗ ਨਾਲ ਹੋਈ ਹੈ ਅਤੇ ਉਸੇ ਤਰ੍ਹਾਂ ਮਨੁੱਖ ਦੀ ਬੋਲਚਾਲ, ਕੰਮ, ਵਿਚਾਰ ਦੀ ਸੰਸਕਾਰ, ਸੰਗਿਆ, ਸਰੂਪ, ਸੰਵੇਦਨਾ ਤੇ ਵਿਗਿਆਨ ਰੂਪੀ 5 ਸਮੂਹ ਨਾਲ ਸੰਪੰਨ ਹੁੰਦੇ ਹਨ। ਜੇਕਰ ਅਸੀਂ ਜਿਸ ਤਰ੍ਹਾਂ ਹੀ ਗੱਡੀ ਦੇ ਪਹੀਏ ਵੱਖ-ਵੱਖ ਪੁਰਜੇ ਅਲੱਗ ਕਰ ਦਾਂਗੇ, ਉਸੇ ਤਰ੍ਹਾਂ ਸਾਡਾ ਸਰੀਰ ਆ। ਕਰਮਵਾਦ ਅਤੇ ਪੁਨਰ ਜਨਮਵਾਦ। ਬੁੱਧ ਅਨਾਤਮਵਾਦੀ ਹੁੰਦੇ ਹੋਏ ਭਾਵੇਂ ਬੁੱਧ ਧਰਮ ਦਾ ਆਤਮਾ ਦੇ ਵਿੱਚ ਨਹੀਂ ਸੀ ਵਿਸ਼ਵਾਸ, ਬਟ ਫਿਰ ਵੀ ਇਹਨਾਂ ਨੇ ਜੈਨੀਆਂ ਵਾਂਗੂ ਇਹੋ ਕਿਹਾ ਕਿ ਜਿਸ ਤਰ੍ਹਾਂ ਦੇ ਤੁਸੀਂ ਕਰਮ ਕਰੋਗੇ ਉਸ ਤਰ੍ਹਾਂ ਦਾ ਤੁਹਾਡਾ ਪੁਨਰ ਜਨਮ ਜਿਹੜਾ ਹੋਵੇਗਾ। ਬੁੱਧ ਅਨਾਤਮਵਾਦੀ ਹੁੰਦੇ ਹੋਏ ਵੀ ਕਰਮ ਅਤੇ ਪੁਨਰ ਜਨਮ ਦੇ ਸਿਧਾਂਤਾਂ ਨੂੰ ਮੰਨਦੇ ਸਨ। ਉਹਨਾਂ ਦਾ ਕਹਿਣਾ ਸੀ ਕਿ ਪੁਨਰ ਜਨਮ ਤਾਂ ਹੁੰਦਾ ਹੈ ਪਰ ਆਤਮਾ ਦਾ ਨਹੀਂ, ਸਗੋਂ ਮਨੁੱਖ ਦੇ ਅਹੰਕਾਰ ਦਾ ਹੁੰਦਾ ਹੈ। ਇਹ ਵਾਰ-ਵਾਰ ਜਨਮ ਲੈਣ ਦੀ ਕਿਰਿਆ ਕਰਮਵਾਦ ਅਤੇ ਪ੍ਰਤੀਤ ਸਮੂਹਵਾਦ ਦੇ ਨਿਯਮਾਂ ਦੇ ਅਧੀਨ ਹੁੰਦੀ ਹੈ। ਤ੍ਰਿਸ਼ਨਾ ਦੇ ਤ੍ਰਿਪਤ ਹੋਣ ਤੇ ਵੀ ਅਤ੍ਰਿਪਤਾ ਦਾ ਅਨੁਭਵ ਨਾਲ ਹੀ ਹੰਕਾਰ ਪੈਦਾ ਹੁੰਦਾ ਹੈ। ਇਹ ਹੰਕਾਰ ਦੇ ਕਾਰਨ ਹੀ ਪੁਨਰ ਜਨਮ ਦਾ ਚੱਕਰ ਚੱਲਦਾ ਰਹਿੰਦਾ ਹੈ। ਇਹਨਾਂ ਦਾ ਕਹਿਣ ਦਾ ਭਾਵ ਜਿੰਨੀ ਦੇਰ ਮਨੁੱਖ ਦੇ ਵਿੱਚ ਹੰਕਾਰ ਹੁੰਦਾ ਹੈ ਉਨੀ ਦੇਰ ਉਹਨੂੰ ਜਿਹੜੇ ਗੇੜੇ ਜਿਹੜੇ ਆ ਲਾਉਣੇ ਪੈਂਦੇ ਆ ਜਨਮ ਲੈਣ ਦੇ। ਨਿਰਵਾਣ। ਬੁੱਧ ਸਾਰੇ ਸੰਸਾਰ ਨੂੰ ਕਸ਼ਮਿਕ ਮੰਨਦੇ ਸਨ। ਉਹਨਾਂ ਦਾ ਕਹਿਣਾ ਹੈ ਕਿ ਸਾਰੀਆਂ ਚੀਜ਼ਾਂ ਪਰਿਵਰਤਨਸ਼ੀਲ ਹਨ ਜੋ ਲਗਾਤਾਰ ਬਦਲਦੀਆਂ ਰਹਿੰਦੀਆਂ ਹਨ, ਕੇਵਲ ਪ੍ਰਵਾਹ ਦੇ ਰੂਪ 'ਚ ਉਹ ਸਥਾਈ ਦਿਖਾਈ ਦਿੰਦੀਆਂ ਹਨ। ਹੁਣ ਕੇਵਲ ਭੌਤਿਕ ਸਰੀਰ ਹੀ ਖਤਮ ਨਹੀਂ ਹੋ ਜਾਂਦਾ ਬਲਕਿ ਚੇਤਨਾ ਤੇ ਵਿਚਾਰ ਤੱਤ ਵੀ ਲੁਪਤ ਹੋ ਜਾਂਦੇ। ਉਹਨਾਂ ਦਾ ਕਹਿਣਾ ਸੀ ਕਿ ਕੇਵਲ ਇਨਸਾਨ ਦਾ ਸਰੀਰ ਹੀ ਨਹੀਂ ਮਰਦਾ, ਉਹਦਾ ਜਿਹੜਾ ਦਿਮਾਗ ਆ, ਉਹਦੇ ਜਿਹੜੇ ਵਿਚਾਰ ਉਹ ਵੀ ਮਰ ਜਾਂਦੇ ਨੇ। ਅੱਗੇ ਹੈਗਾ ਮੱਧਮ ਵਰਗ। ਹਾਂਜੀ, ਬੁੱਧ ਧਰਮ ਦਾ ਮੱਧਮ ਵਰਗ ਦੇ ਆਧਾਰ ਤੇ ਹੈ। ਉਹਨਾਂ ਨੇ ਦੱਸਿਆ ਕਿ ਦੋ ਅੰਤਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ, ਕਠੋਰ ਤਪ ਅਤੇ ਬਹੁਤ ਭੋਗ ਲਾਲਚ। ਉਹਨਾਂ ਦਾ ਕਹਿਣ ਦਾ ਭਾਵ ਹੁਣ ਜੈਨੀਆਂ ਨੇ ਤਪੱਸਿਆ ਤੇ ਬੜਾ ਜ਼ੋਰ ਦਿੱਤਾ ਬਟ ਬੁੱਧ ਧਰਮ ਨੇ ਜਿਹੜਾ ਤਪੱਸਿਆ ਤੇ ਜ਼ੋਰ ਨਹੀਂ ਦਿੱਤਾ। ਉਹਨਾਂ ਨੇ ਕਿਹਾ ਹਰ ਇੱਕ ਚੀਜ਼ ਨੂੰ ਲਿਮਿਟ 'ਚ ਰੱਖਣਾ, ਤਪੱਸਿਆ ਵੀ ਨਹੀਂ ਕਰਨੀ ਔਰ ਜ਼ਿਆਦਾ ਚੀਜ਼ਾਂ ਦੇ ਵਿੱਚ ਵੀ ਨਹੀਂ ਰਹਿਣਾ ਕਿ ਆਪਾਂ ਨੂੰ ਮਟੀਰੀਅਲਿਸਟਿਕ ਹੀ ਆਪਾਂ ਇੰਨੇ ਬਣ ਜਾਈਏ ਕਿ ਸਾਨੂੰ ਆਪਣੇ ਕਰਮ ਹੀ ਨਾ ਚੰਗੇ ਕਰ ਸਕੀਏ। ਨੈਕਸਟ ਆ ਗਿਆ ਦਾਸਸ਼ੀਲ। ਉਹਨਾਂ ਨੇ 5 ਵਰਤ ਦੱਸੇ ਸੀ, 18 ਪਾਪ ਦੱਸੇ ਸੀ, ਇਹਨਾਂ ਨੇ 10 ਦੱਸੇ ਆ। ਬੁੱਧ ਧਰਮ ਦੇ ਨੈਤਿਕ ਉਪਦੇਸ਼ਾਂ ਵਿੱਚ ਸ਼ੀਲ ਤੇ ਬਹੁਤ ਜ਼ੋਰ ਦਿੱਤਾ ਗਿਆ। ਨੰਬਰ 1, ਦੂਸਰਿਆਂ ਦੀ ਸੰਪਤੀ ਦੀ ਚਾਹ ਨਾ ਕਰਨੀ। ਇਹ ਜੈਨ ਧਰਮ ਵਿੱਚ ਨਹੀਂ ਸੀ ਹੈਗਾ। ਇਹਨਾਂ ਨੇ ਆਪਣੇ ਵਿੱਚ ਪਾਇਆ ਕਿ ਕਦੀ ਵੀ ਦੂਸਰਿਆਂ ਦੀ ਸੰਪਤੀ ਜਾਂ ਪ੍ਰੋਪਰਟੀ ਵੱਲ ਧਿਆਨ ਨਹੀਂ ਕਰਨਾ, ਹਿੰਸਾ ਨਹੀਂ ਕਰਨੀ, ਝੂਠ ਨਹੀਂ ਬੋਲਣਾ, ਜਿਹੜੀਆਂ ਮਾਦਕ ਦਰਵ ਜਾਣੀ ਕਿ ਨਸ਼ੇ ਜਿਹੜੇ ਹੁੰਦੇ ਆ, ਸ਼ਰਾਬ ਵਗੈਰਾ, ਇਹਨਾਂ ਦਾ ਸੇਵਨ ਨਹੀਂ ਕਰਨਾ, ਵਿਚਾਰ ਵਟਾਂਦਰਾ ਨਹੀਂ ਕਰਨਾ ਇੱਕ ਦੂਜੇ ਨਾਲ, ਗਾਉਣ ਵਜਾਉਣ ਵਿੱਚ ਹਿੱਸਾ ਨਹੀਂ ਲੈਣਾ, ਜਾਣੀ ਕਿ ਜਿਹੜੇ ਲੋਕ ਗਾਉਂਦੇ ਵਜਾਉਂਦੇ ਆ ਨਾ ਉਹ ਕੰਮ ਨਹੀਂ ਕਰਨਾ, ਸੁਗੰਧਿਤ ਪਦਾਰਥ ਨਹੀਂ ਵਰਤਣੇ, ਫੁੱਲਾਂ ਆਦਿ ਦਾ ਇਸਤੇਮਾਲ ਨਹੀਂ ਕਰਨਾ, ਕੋਈ ਵੀ ਜਿਹੜਾ ਮਾੜਾ ਭੋਜਨ ਮਾਸਾਹਾਰੀ ਜਿਹਨੂੰ ਆਪਾਂ ਕਹਿ ਸਕਦੇ ਉਹ ਭੋਜਨ ਨਹੀਂ ਕਰਨਾ, ਆਰਾਮ ਦੇਣ ਵਾਲੀ ਚਾਰਪਾਈ ਤੇ ਨਹੀਂ ਸੌਣਾ, ਜਾਣੀ ਕਿ ਭੁੰਜੇ ਸੌਣਾ, ਜ਼ਮੀਨ ਤੇ ਸੌਣਾ, ਰੁਪਇਆ ਪੈਸਾ ਨਾ ਗ੍ਰਹਿਣ ਕਰਨਾ ਤੇ ਨਾ ਹੀ ਰੱਖਣਾ, ਰੁਪਏ ਪੈਸੇ ਨੂੰ ਜੋੜਨਾ ਨਹੀਂ ਹੈ ਤੇ ਨਾ ਹੀ ਆਪਣੇ ਕੋਲ ਰੱਖਣਾ। ਇਹ ਇਹਨਾਂ ਦੇ ਹੈਗੇ ਸੀ ਸਿਧਾਂਤ। ਅੱਗੇ ਪੇਜ ਨੰਬਰ 231 ਤੇ ਹੁੰਦਾ ਕੁਐਸਚਨ ਹੀਨਯਾਨ ਤੇ ਮਹਾਯਾਨ ਸੰਪਰਦਾਇ। ਬੁੱਧ ਧਰਮ ਦੇ ਅੱਗੋਂ ਜਾ ਕੇ ਜਿਹੜਾ ਧਰਮ ਸੀ ਦੋ ਭਾਗਾਂ ਵਿੱਚ ਵੰਡਿਆ ਗਿਆ। ਇੱਕ ਦਾ ਨਾਂ ਹੀਨਯਾਨ ਸੀ ਤੇ ਦੂਸਰੇ ਦਾ ਨਾਂ ਮਹਾਯਾਨ ਸੰਪਰਦਾਇ। 2 ਮਾਰਕਸ ਦਾ ਕੁਐਸਚਨ ਹੁੰਦਾ ਜੇ, ਵੈਰੀ ਵੈਰੀ ਇੰਪੋਰਟੈਂਟ, ਇਹਨੂੰ ਖੁਦ ਕਰ ਲੈਣਾ ਤੁਸੀਂ। ਕਈ ਵਾਰੀ ਕੁਐਸਚਨ ਇਵੇਂ ਵੀ ਹੁੰਦਾ ਕਿ ਬੁੱਧ ਧਰਮ ਦਾ ਪ੍ਰਚਾਰ ਤੇ ਉਹਦੀਆਂ ਸਫਲਤਾਵਾਂ ਦੱਸੋ ਕਿ ਇਹਨੂੰ ਕਿਸ ਤਰ੍ਹਾਂ ਸਫਲਤਾ ਮਿਲੀ। ਆਪਾਂ ਇਹਦੇ ਪੁਆਇੰਟ ਹੀ ਸਿਰਫ ਮੈਂ ਨੋਟ ਕਰਾਉਂਗੀ ਪੇਜ ਨੰਬਰ 232 ਤੇ। ਸਭ ਤੋਂ ਪਹਿਲੇ ਨਾ ਸਫਲਤਾ ਕਾਰਨ ਇਹ ਸੀ ਕਿ ਧਾਰਮਿਕ ਸਰਲਤਾ। ਇਹਨਾਂ ਦਾ ਧਰਮ ਬਹੁਤ ਹੀ ਸਰਲਤਾ ਵਾਲਾ ਹੈ ਕਿਉਂਕਿ ਇਹਦੇ ਵਿੱਚ ਕੋਈ ਤਪੱਸਿਆ ਨਹੀਂ ਸੀ ਹੈਗੀ। ਬੁੱਧ ਦਾ ਜਿਹੜਾ ਵਿਅਕਤੀਤਵ ਬਹੁਤ ਹੀ ਪ੍ਰਭਾਵਸ਼ਾਲੀ ਸੀ। ਉਹਦਾ ਚਿਹਰਾ ਇੰਨਾ ਤੇਜਸਵੀ ਸੀ ਕਿ ਆਪਣੇ ਆਪ ਹੀ ਲੋਕ ਇਹਦੇ ਵੱਲ ਖਿੱਚੇ ਹੁੰਦੇ ਸੀ। ਸਧਾਰਨ ਬੋਲਚਾਲ ਦੀ ਭਾਸ਼ਾ ਦਾ ਇਸਤੇਮਾਲ, ਇਹਦੇ ਵਿੱਚ ਆਮ ਭਾਸ਼ਾ ਵਿੱਚ ਲੋਕਾਂ ਨੂੰ ਪ੍ਰਚਾਰ ਕੀਤਾ ਜਾਂਦਾ ਸੀ। ਤਰਕ ਸੰਮਤ ਧਰਮ, ਇਹ ਹਰੇਕ ਚੀਜ਼ ਤੇ ਤਰਕ ਕਰਦੇ ਸੀ। ਜਿਵੇਂ ਵਿਗਿਆਨ ਹਰ ਇੱਕ ਚੀਜ਼ ਤੇ ਤਰਕ ਕਰਦਾ ਨਾ, ਉਸੇ ਤਰ੍ਹਾਂ ਇਹਨਾਂ ਦਾ ਧਰਮ ਜਿਹੜਾ ਹਰ ਇੱਕ ਚੀਜ਼ ਤੇ ਤਰਕ ਕਰਦੇ ਸੀਗੇ।
ਜਿਹਨੂੰ ਆਪਾਂ ਤਰਕਵਾਦੀ ਕਹਿੰਦੇ ਹਾਂ। ਸਹਿਣਸ਼ੀਲਤਾ ਦੀ ਭਾਵਨਾ ਇਹਨਾਂ ਵਿੱਚ ਬਹੁਤ ਜ਼ਿਆਦਾ ਸਹਿਣਸ਼ੀਲਤਾ ਦੀ ਭਾਵਨਾ ਸੀ। ਜਾਤ ਪਾਤ ਤੋਂ ਪਰੇ ਧਰਮ, ਇਹਨਾਂ ਦੇ ਧਰਮ ਵਿੱਚ ਕਦੀ ਵੀ ਕੋਈ ਉੱਚਾ ਜਾਂ ਨੀਵਾਂ ਨਹੀਂ ਸੀ। ਜਾਤ ਪਾਤ ਦੇ ਵਿੱਚ ਇਹਨਾਂ ਨੇ ਕਦੀ ਵੀ ਭੇਦਭਾਵ ਨਹੀਂ ਕੀਤਾ। ਪ੍ਰਚਾਰਕਾਂ ਦੀ ਲਗਨ, ਜਿਹੜੇ ਇਹਨਾਂ ਦੇ ਪ੍ਰਚਾਰਕ ਸੀ ਜਾਂ ਇਹਨਾਂ ਦੇ ਭਗਤ ਸੀ, ਉਹ ਹਮੇਸ਼ਾ ਹੀ ਇਹਦੀ ਜਿਹੜਾ ਪ੍ਰਚਾਰ ਕਰਦੇ ਰਹਿੰਦੇ ਸੀ ਬੁੱਧ ਧਰਮ ਦਾ। ਜਦ ਕਿ ਅਸ਼ੋਕ ਨੇ ਬਹੁਤ ਜ਼ਿਆਦਾ ਪ੍ਰਚਾਰ ਕਰਵਾਇਆ, ਮਹਾਰਾਜਾ ਅਸ਼ੋਕ ਨੇ। ਪ੍ਰਚਾਰ ਸ਼ੈਲੀ ਦੀ ਰੋਚਕਤਾ, ਇਹਨਾਂ ਦੇ ਜਿਹੜੇ ਪ੍ਰਚਾਰ ਕਰਨ ਦਾ ਢੰਗ ਤੇ ਤਰੀਕਾ ਸੀਗਾ ਉਹ ਬਹੁਤ ਹੀ ਵਧੀਆ ਸੀ। ਸੰਘ ਦਾ ਸੰਗਠਨ, ਇਹਨਾਂ ਦਾ ਸੰਘ ਦੇ ਵਿੱਚ ਬਹੁਤ ਜ਼ਿਆਦਾ ਏਕਤਾ ਸੀ। ਰਾਜਿਆਂ ਮਹਾਰਾਜਿਆਂ ਦੀ ਸੁਰੱਖਿਆ, ਇਸ ਧਰਮ ਨੂੰ ਰਾਜਾ ਮਹਾਰਾਜਿਆਂ ਨੇ ਵੀ ਸੁਰੱਖਿਆ ਦਿੱਤੀ ਹੈ, ਜਾਣੀ ਕਿ ਬਹੁਤ ਸਾਰੇ ਰਾਜਿਆਂ ਨੇ ਇਸ ਧਰਮ ਨੂੰ ਅਪਣਾ ਲਿਆ। ਨੈਕਸਟ ਆ ਜਾਓ 237 ਤੇ ਬੁੱਧ ਅਤੇ ਜੈਨ ਧਰਮ ਦੀ ਤੁਲਨਾਤਮਕ ਅਧਿਐਨ ਹੈ, ਖੁਦ ਤੁਸੀਂ ਰੀਡ ਕਰ ਲੈਣਾ। ਅਗਲੀ ਇਕਾਈ ਹੈਗੀ ਆ 12, ਭਗਵਤਵਾਦ, ਸ਼ੈਵਵਾਦ ਅਤੇ ਬ੍ਰਾਹਮਣਵਾਦ। ਇਹ ਤਿੰਨੇ ਹੀ ਧਰਮ ਨੇ। ਇਹਨਾਂ ਦਾ ਵੀ ਕੁਐਸਚਨ ਆਉਂਦਾ। ਵੈਦਿਕ ਧਰਮ, ਭਗਵਤਵਾਦ ਨੂੰ ਵੈਦਿਕ ਧਰਮ ਵੀ ਕਹਿੰਦੇ ਆ। ਉਸ ਤੋਂ ਅੱਗੇ ਆਉਂਦਾ ਵੈਸ਼ਨੋ। ਸਭ ਤੋਂ ਪਹਿਲਾਂ ਆਉਂਦਾ ਵੈਸ਼ਨੋ ਧਰਮ ਦੀ ਉਤਪਤੀ ਤੇ ਵਿਕਾਸ ਕਿਵੇਂ ਹੋਇਆ। ਪੇਜ ਨੰਬਰ 255। ਸ਼ੈਵ ਧਰਮ ਦਾ ਵਿਕਾਸ ਤੇ ਉਤਪਤੀ ਕਿਵੇਂ ਹੋਈ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ, ਤਿੰਨਾਂ ਚੋਂ ਇੱਕ ਤੇ ਆਏਗਾ। ਪੇਜ ਨੰਬਰ 255 ਤੇ ਆ ਵੈਸ਼ਨੋ ਧਰਮ ਦੀ ਉਤਪਤੀ ਤੇ ਵਿਕਾਸ। ਥੋੜਾ ਲਾਈਨਾਂ ਪੜੂੰਗੇ, ਬਾਕੀ ਇਹਦੇ ਵਿੱਚ ਹੋਰ ਲਾਈਨਾਂ ਤੁਸੀਂ ਖੁਦ ਲੈ ਲੈਣਾ। ਵੈਸ਼ਨੋ ਧਰਮ ਦਾ ਵਿਕਾਸ ਭਗਵਤ ਧਰਮ ਤੋਂ ਹੋਇਆ। ਪਰੰਪਰਾ ਦੇ ਅਨੁਸਾਰ ਇਸ ਦੇ ਪ੍ਰਵਰਤਕ ਵਿਸ਼ਨੂੰ ਵੰਸ਼ੀ ਕ੍ਰਿਸ਼ਨ ਸਨ, ਜਿਨ੍ਹਾਂ ਨੂੰ ਵਾਸੂਦੇਵ ਦਾ ਪੁੱਤਰ ਹੋਣ ਕਾਰਨ ਵਾਸੂਦੇਵ ਕ੍ਰਿਸ਼ਨ ਕਿਹਾ ਜਾਂਦਾ ਹੈ। ਉਹ ਮੁੱਖ ਤੌਰ ਤੇ ਮਥੁਰਾ ਦੇ ਨਿਵਾਸੀ ਸਨ। ਸ਼ਾਂਦੋਗ ਉਪਨਿਸ਼ਦ ਵਿੱਚ ਉਹਨਾਂ ਨੂੰ ਦੇਵਕੀ ਪੁੱਤਰ ਕਿਹਾ ਗਿਆ ਹੈ ਅਤੇ ਘੋਰ ਅੰਗਰਸ ਦਾ ਚੇਲਾ ਦੱਸਿਆ ਗਿਆ ਹੈ। ਕ੍ਰਿਸ਼ਨ ਦੇ ਅਨੁਯਾਈ ਉਹਨਾਂ ਨੂੰ ਭਗਵਤ ਪੂਜਨਿਕ ਕਹਿੰਦੇ ਹਨ। ਇਸ ਕਾਰਨ ਉਹਨਾਂ ਵੱਲੋਂ ਤਬਦੀਲ ਕੀਤੇ ਗਏ ਧਰਮ ਦੀ ਸੰਗਿਆ ਭਾਗਵਤ ਹੋ ਗਈ ਹੈ। ਮਹਾਭਾਰਤ ਕਾਲ ਵਿੱਚ ਵਾਸੂਦੇਵ ਕ੍ਰਿਸ਼ਨ ਦਾ ਸਮੀਕਰਨ ਵਿਸ਼ਨੂੰ ਨਾਲ ਕੀਤਾ ਗਿਆ ਤੇ ਭਾਗਵਤ ਧਰਮ ਵੈਸ਼ਨੋ ਧਰਮ ਬਣ ਗਿਆ। ਵਿਸ਼ਨੂੰ ਇੱਕ ਰਿਗਵੈਦਿਕ ਦੇਵਤਾ ਹੈ ਅਤੇ ਕਿਉਂਕਿ ਰਿਗਵੈਦਿਕ ਧਰਮ ਦੇ ਵਿੱਚ ਜਿਹੜਾ ਵਿਸ਼ਨੂੰ ਉਹਦੀ ਪੂਜਾ ਕੀਤੀ ਗਈ ਹੈ, ਜਾਣੀ ਕਿ ਉਹਨੂੰ ਦੇਵਤਾ ਦੱਸਿਆ ਗਿਆ ਹੈ। ਔਰ ਜਿਹੜਾ ਮਹਾਭਾਰਤ ਸੀ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜਾ ਕ੍ਰਿਸ਼ਨ ਸੀ ਉਹ ਵਿਸ਼ਨੂੰ ਦਾ ਹੀ ਇੱਕ ਅਵਤਾਰ ਸੀ। ਹੋਰ ਦੇਵਤਿਆਂ ਦੇ ਸਮਾਨ ਪ੍ਰਕਿਰਤਿਕ ਦੇਵਤਾ ਹਨ। ਇਹ ਸੂਰਜ ਦੇ ਕਿਰਿਆਸ਼ੀਲ ਰੂਪ ਦੀ ਪ੍ਰਤੀਨਿਧਤਾ ਕਰਦੇ ਹਨ। ਵਿਸ਼ਨੂੰ ਦਾ ਸਭ ਤੋਂ ਜ਼ਿਆਦਾ ਮਹੱਤਵ ਇਸ ਕਾਰਨ ਹੈ ਕਿ ਉਸਨੂੰ ਤਿੰਨ ਪੁੱਟਣ ਦੇ ਸਾਰੀ ਧਰਤੀ ਨੂੰ ਨਾਪਿਆ ਹੈ। 3 ਕਦਮ ਪੁੱਟਣ ਤੇ ਸਾਰੀ ਧਰਤੀ ਨੂੰ ਨਾਪਿਆ ਹੈ। ਉਸ ਨੂੰ ਉਰਗਾਏ, ਮਹਾਨ ਗਤੀ ਵਾਲਾ ਅਤੇ ਉਰਕਰਮ ਦੱਸਿਆ ਗਿਆ ਹੈ। ਉਸ ਦੀ ਆਰਾਧਨਾ ਵਿੱਚ ਕਿਹਾ ਗਿਆ ਹੈ ਕਿ ਇੱਥੇ ਦੇਵਤਿਆਂ ਦੀ ਕਾਮਨਾ ਕਰਨ ਵਾਲੇ ਲੋਕ ਪ੍ਰਸੰਨ ਹੁੰਦੇ ਹਨ। ਉਹੀ ਸਥਾਨ ਵਿਸ਼ਨੂੰ ਦਾ ਪ੍ਰਿਯ ਹੈ, ਉਹੀ ਅੰਮ੍ਰਿਤ ਦਾ ਉੱਤਮ ਹੈ। ਬਾਅਦ ਵਿੱਚ ਅਸੀਂ ਹਿੰਤਾਵਾਂ ਤੇ ਬ੍ਰਾਹਮਣ ਗ੍ਰੰਥਾਂ ਵਿੱਚ ਅਸੀਂ ਵਿਸ਼ਨੂੰ ਦੇ ਪ੍ਰਭਾਵ ਵਿੱਚ ਵਾਧਾ ਦੇਖਦੇ ਹਾਂ। ਸ਼ਤਪਥ ਬ੍ਰਾਹਮਣ ਵਿੱਚ ਉਹਨਾਂ ਨੂੰ ਯੱਗ ਦਾ ਪ੍ਰਤੀਰੂਪ ਮੰਨਿਆ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਦੇਵਤਿਆਂ ਦੇ ਯੁੱਧ ਵਿੱਚ ਉਹ ਸਾਰਿਆਂ ਨੂੰ ਸ਼ਕਤੀਸ਼ਾਲੀ ਸਿੱਧ ਹੋਇਆ। ਇੰਨਾ ਹੀ ਆਪਾਂ ਕਰਾਂਗੇ ਕਿਉਂਕਿ ਇਹ ਕੁਐਸਚਨ ਜ਼ਿਆਦਾ ਮੋਸਟਲੀ ਜਿਹੜੇ ਤਿੰਨੋਂ ਨੇ 2 ਮਾਰਕਸ ਦੇ ਹੁੰਦੇ ਆ। ਨੈਕਸਟ ਹੈਗਾ ਸ਼ੈਵ ਧਰਮ। ਸ਼ਿਵ ਜੀ ਨੂੰ ਮੰਨਣਾ ਜਾਂ ਸ਼ਿਵ ਦੇ ਜਿਹੜਾ ਦੇਵਤਾ ਮੰਨਿਆ ਜਾਂਦਾ ਉਹਨੂੰ ਕਹਿੰਦੇ ਸ਼ੈਵ ਧਰਮ। ਸ਼ਿਵ ਨਾਲ ਸੰਬੰਧਿਤ ਧਰਮ ਨੂੰ ਸ਼ੈਵ ਧਰਮ ਕਿਹਾ ਜਾਂਦਾ ਹੈ। ਇਸ ਵਿੱਚ ਸ਼ਿਵ ਨੂੰ ਈਸ਼ਟ ਦੇਵ ਮੰਨ ਕੇ ਉਸ ਦੀ ਉਪਾਸਨਾ ਕੀਤੇ ਜਾਣ ਦਾ ਵਿਧਾਨ ਹੈ। ਸ਼ਿਵ ਅਤੇ ਉਹਨਾਂ ਨਾਲ ਸੰਬੰਧਿਤ ਧਰਮ ਦੀ ਪ੍ਰਾਚੀਨਤਾ ਪਹਿਲਾਂ ਇਤਿਹਾਸ ਯੁੱਗ ਵਿੱਚ ਤੱਕ ਜਾਂਦੀ ਹੈ। ਸਿੰਧੂ ਸਭਿਅਤਾ ਦੀ ਖੁਦਾਈ ਵਿੱਚ ਮੋਹਨਜੋਦੜੋ ਤੋਂ ਇੱਕ ਮੁਦਰਾ ਤੇ ਪਦਮ ਆਸਨ ਵਿੱਚ ਵਿਰਾਜਮਾਨ ਇੱਕ ਯੋਗੀ ਦਾ ਚਿੱਤਰ ਮਿਲਦਾ ਹੈ। ਉਸ ਦੇ ਸਿਰ ਤੇ ਤ੍ਰਿਸ਼ੂਲ ਵਰਗਾ ਗਹਿਣਾ ਹੈ। 3 ਮੂੰਹ ਹਨ। ਸਰ ਜਾਨ ਮਾਰਸ਼ ਨੇ ਇਸ ਦੇਵਤਾ ਦੀ ਪਹਿਚਾਣ ਇਤਿਹਾਸਿਕ ਕਾਲ ਦੇ ਸ਼ਿਵ ਤੋਂ ਸਥਾਪਿਤ ਕੀਤੀ ਹੈ।
ਕਈ ਸਾਲਾਂ ਤੋਂ ਉਹਨਾਂ ਨੇ ਕਿਹਾ ਕਿ ਜਿਹੜੇ ਮੋਹਨਜੋਦਾੜੋ ਵਿੱਚ ਕੁਝ ਸਿੱਕੇ ਇਸ ਤਰ੍ਹਾਂ ਦੇ ਮਿਲੇ ਆ ਜਿਹਦੇ ਉੱਪਰ ਨਾ ਇੱਕ 3 ਮੂੰਹਾਂ ਵਾਲੇ ਕਿਸੇ ਜੋਗੀ ਦੀ ਤਸਵੀਰ ਆ ਔਰ ਉਹ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਹ ਜੋਗੀ ਹੋਰ ਨਹੀਂ ਸੀ, ਸ਼ਿਵਜੀ ਮਹਾਰਾਜ ਸੀ। ਰਿਗਵੇਦ ਵਿੱਚ ਸ਼ਿਵ ਨੂੰ ਰੁਦਰ ਕਿਹਾ ਗਿਆ ਹੈ ਜੋ ਆਪਣੀ ਉਗਰਤਾ ਦੇ ਲਈ ਪ੍ਰਖਿਆਤ ਹੈ। ਗੁੱਸਾ ਹੋਣ, ਉਗਰਤਾ ਮਤਲਬ ਹੁੰਦਾ ਗੁੱਸੇ ਵਿੱਚ ਆਉਣਾ। ਗੁੱਸਾ ਹੋਣ ਤੇ ਉਹ ਮਨੁੱਖ ਅਤੇ ਪਸ਼ੂ ਜਾਤੀ ਦਾ ਸੰਹਾਰ ਕਰਦੇ ਹਨ ਜਾਂ ਮਹਾਮਾਰੀ ਫੈਲਾ ਦਿੰਦੇ ਹਨ। ਰਿਗਵੈਦਿਕ ਕਾਲ ਵਿੱਚ ਰੁਦਰ ਦੀ ਉਪਾਸਨਾ ਉਹਨਾਂ ਦੇ ਗੁੱਸੇ ਤੋਂ ਬਚਣ ਤੇ ਨਿਮਤ ਕਰਦੇ ਹਨ। ਯਾਨੀ ਕਿ ਰਿਗਵੈਦਿਕ ਕਾਲ ਵਿੱਚ ਸ਼ਿਵ ਜੀ ਦੀ ਪੂਜਾ ਤਾਂ ਕੀਤੀ ਜਾਂਦੀ ਤਾਂ ਕਿ ਉਹਨਾਂ ਦੇ ਵਿੱਚ ਗੁੱਸੇ ਵਾਲਾ ਰੂਪ ਨਾ ਆ ਸਕੇ। ਅਸਲ ਵਿੱਚ ਰੁਦਰ ਵਿੱਚ ਵਿਨਾਸ਼ਕਾਰੀ ਤੇ ਮੰਗਲਕਾਰੀ ਦੋਨੋਂ ਹੀ ਤਰ੍ਹਾਂ ਦੀਆਂ ਸ਼ਕਤੀਆਂ ਸ਼ਾਮਲ ਹਨ। ਨਾ ਕਿ ਮੰਨਣ ਵਾਲੇ ਮਨੁੱਖ ਨੂੰ ਉਹਨਾਂ ਉਹ ਆਪਣੇ ਤੀਰਾਂ ਨਾਲ ਛਿੰਬਣ ਕਰਦੇ ਹਨ, ਪਰ ਆਪਣੇ ਭਗਤਾਂ ਦੇ ਪ੍ਰਤੀ ਉਹ ਬਹੁਤ ਉਪਕਾਰੀ ਹਨ, ਜਿਸ ਨਾਲ ਉਹਨਾਂ ਦੀ ਸੰਗਿਆ ਸ਼ਿਵ ਹੈ। ਭਗਤੀ ਨਾਲ ਉਹ ਆਸਾਨੀ ਨਾਲ ਪ੍ਰਸੰਨ ਕੀਤੇ ਜਾ ਸਕਦੇ ਹਨ। ਉਹ ਪ੍ਰਾਣੀਆਂ ਦੇ ਰੱਖਕ ਅਤੇ ਸੰਸਾਰ ਦੇ ਸੁਆਮੀ ਹਨ। ਉਹਨਾਂ ਦੇ ਕੋਲ ਸ਼ਸਤਰਾਂ ਦਵਾਈਆਂ ਸਨ ਜਿਸ ਨਾਲ ਰੋਗਾਂ ਤੋਂ ਛੁਟਕਾਰਾ ਮਿਲਦਾ ਸੀ। ਰਿਗਵੇਦ ਦੀ ਦੇਵ ਮੰਡਲੀ ਵਿੱਚ ਰੁਦਰ ਦਾ ਸਥਾਨ ਵਿਸ਼ੇਸ਼ ਮਹੱਤਵਪੂਰਨ ਨਹੀਂ ਸੀ, ਪਰ ਬਾਅਦ ਵਿੱਚ ਸੰਹਿਤਾਵਾਂ ਅਤੇ ਬ੍ਰਾਹਮਣ ਗ੍ਰੰਥਾਂ ਵਿੱਚ ਅਸੀਂ ਉਸਦੀ ਮਹੱਤਤਾ ਵਿੱਚ ਉਤਰੋਤਰ ਵਾਧਾ ਪਾਉਂਦੇ ਹਨ। ਬਸ ਇੰਨਾ ਹੀ ਕਰਾਂਗੇ। ਨੈਕਸਟ ਪੇਜ ਨੰਬਰ 269 ਤੇ ਨਗਰੀਕਰਨ ਤੋਂ ਕੀ ਭਾਵ ਹੈ ਜਾਂ ਰਾਜਾਂ ਦਾ ਸੰਗਠਨ ਅਤੇ ਨਗਰੀਕਰਨ। ਨਗਰੀਕਰਨ ਦਾ ਮਤਲਬ ਹੁੰਦਾ ਸ਼ਹਿਰੀਕਰਨ ਕਰਨਾ, ਯਾਨੀ ਕਿ ਕਿਸੇ ਜ਼ਿਆਦਾ ਸ਼ਹਿਰਾਂ ਦਾ ਬਣ ਜਾਣਾ। ਤੇ ਜਦੋਂ ਲੋਕ ਪਿੰਡਾਂ 'ਚ ਉੱਠ ਕੇ ਸ਼ਹਿਰਾਂ ਵਿੱਚ ਜ਼ਿਆਦਾ ਰਹਿਣ ਲੱਗ ਜਾਂਦੇ ਆ ਤਾਂ ਉੱਥੇ ਫੈਕਟਰੀਆਂ 'ਚ ਜਾਂ ਆਪਣੇ ਵਪਾਰ ਕਰਨ, ਫੈਕਟਰੀਆਂ 'ਚ ਕੰਮ ਕਰਨਾ ਸ਼ੁਰੂ ਕਰ ਦਿੰਦੇ ਜਾਂ ਵਪਾਰ ਕਰਨਾ ਸ਼ੁਰੂ ਕਰ ਦਿੰਦੇ, ਉਹਨੂੰ ਕਹਿੰਦੇ ਨਗਰੀਕਰਨ। ਇਸ ਜਾਣਕਾਰੀ ਤੋਂ ਲਵਾਂਗੇ ਆਪਾਂ। ਇਸ ਕਾਲ ਵਿੱਚ ਸ਼ਕਤੀਸ਼ਾਲੀ ਰਾਜਾਂ ਦੀ ਸਥਾਪਨਾ ਨਾਲ ਨਗਰਾਂ ਦੇ ਵਿਕਾਸ ਦੀ ਪ੍ਰਕਿਰਿਆ ਦਾ ਆਰੰਭ ਦੇਖਿਆ ਜਾਂਦਾ ਹੈ। 6ਵੀਂ ਸ਼ਤਾਬਦੀ ਈਸਵੀ ਪੂਰਵ ਤੋਂ ਸ਼ੁਰੂ ਹੋਣ ਵਾਲੇ ਕਾਲ ਵਿੱਚ ਭਾਰਤ ਵਰਸ਼ ਵਿੱਚ ਦੂਸਰੀ ਵਾਰ ਨਗਰਾਂ ਦਾ ਉਦੈ ਹੋਇਆ। ਇਹ ਨਗਰੀਕਰਨ, ਕਿਉਂਕਿ ਪਹਿਲੀ ਵਾਰ ਦੇ ਜਿਹੜੇ ਨਗਰ ਸੀ ਨਾ ਉਹ ਜਿਸ ਤਰ੍ਹਾਂ ਮੋਹਨਜੋਦਾੜੋ ਔਰ ਜਿਹੜਾ ਹੈਗਾ ਸੀ ਹੜੱਪਾ, ਇਹ ਦੱਬੇ ਗਏ ਸੀ, ਬਾਅਦ ਵਿੱਚ ਨਗਰ ਨਹੀਂ ਸੀ ਹੈਗੇ। ਉਸ ਤੋਂ ਬਾਅਦ ਫਿਰ ਈਸਵੀ ਸ਼ਤਾਬਦੀ ਵਿੱਚ ਇਹ ਨਗਰੀਕਰਨ ਜਿਹੜਾ ਹੋਇਆ। ਲੰਬੇ ਸਮੇਂ ਤੱਕ ਇਹ ਨਗਰੀ ਅਵਸਥਾ ਰਹੀ ਅਤੇ ਇਸੇ ਕਾਲ ਵਿੱਚ ਸਾਹਿਤ ਦੀ ਲੇਖਣ ਪਰੰਪਰਾਵਾਂ ਦਾ ਆਰੰਭ ਹੋਇਆ। ਕੌਸੰਬੀ, ਉਜੈਨੀ, ਵਾਰਾਣਸੀ ਰਾਜਗ੍ਰਹਿ ਦੇ ਚਾਰੇ ਪਾਸੇ ਕਿਲੇਬੰਦੀ ਦੇ ਪ੍ਰਮਾਣ ਮਿਲਦੇ ਹਨ। ਇੱਥੇ ਜਨਸੰਖਿਆ ਦੇ ਵਿੱਚ ਲਗਾਤਾਰ ਵਾਧਾ ਹੋਇਆ, ਬਹੁਤ ਜ਼ਿਆਦਾ ਉੱਥੇ ਵਪਾਰ ਹੁੰਦਾ ਸੀ। ਬਸ ਇੰਨਾ ਹੀ ਇਹਦੇ ਵਿੱਚ ਆਪਾਂ ਕਰਾਂਗੇ ਔਰ ਇਹਦੇ ਨਾਲ ਹੀ ਤੁਹਾਡੀ ਇਹ ਜਿਹੜੀ ਬੁੱਕ ਹੈ ਕੰਪਲੀਟ ਹੋ ਜਾਂਦੀ ਹੈ। ਇੰਪੋਰਟੈਂਟ ਕੁਐਸਚਨ ਆਪਾਂ ਕਰ ਲਏ ਨੇ। ਓਕੇ, ਬਾਏ ਬਾਏ।